ਪ੍ਰੋਫੈਸਰ ਜਗੀਰ ਸਿੰਘ ਕਾਲੋਂ। ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਦੇ ਪਹਿਲੇ ਭਾਗ ਦੇ ਵਿੱਚ ਅਸੀਂ ਕੁਝ ਗੱਲਾਂ ਬਾਤਾਂ ਕਰਾਂਗੇ ਪ੍ਰੋਫੈਸਰ ਸਾਹਿਬ ਨਾਲ, ਤੇ ਪ੍ਰੋਗਰਾਮ ਦੇ ਦੂਜੇ ਭਾਗ ਵਿੱਚ ਸੁਸ਼ੀਲ ਦਸਾਂਝ ਸਾਡੇ ਨਾਲ ਜੁੜਨਗੇ। ਉਹਨਾਂ ਨਾਲ ਭਾਰਤ ਤੇ ਪੰਜਾਬ ਦੀਆਂ ਖਬਰਾਂ ਦਾ ਵਿਸ਼ਲੇਸ਼ਣ ਲੈ ਕੇ ਉਹ ਆਉਂਦੇ ਨੇ ਹਰ ਰੋਜ਼, ਤੇ ਉਹ ਗੱਲਾਂ ਬਾਤਾਂ ਕਰਾਂਗੇ। ਸੋ ਪਹਿਲਾਂ ਆਪਾਂ ਪ੍ਰੋਫੈਸਰ ਜਗੀਰ ਸਿੰਘ ਕਾਲੋਂ ਹੋਰਾਂ ਦਾ ਕਰ ਲਈਏ ਜੀ ਸਵਾਗਤ। ਪ੍ਰੋਫੈਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ। ਬਹੁਤ ਮਿਹਰਬਾਨੀ ਗਿੱਲ ਸਾਹਿਬ। ਪ੍ਰੋਫੈਸਰ ਸਾਹਿਬ ਅੱਜ ਜਿਹੜੀਆਂ ਗੱਲਾਂ ਬਾਤਾਂ ਆਪਾਂ ਕਰਨੀਆਂ ਚਾਹੁੰਦੇ ਹਾਂ ਉਹ ਇੱਕੋ ਟੌਪਿਕ ਤੇ ਮੇਰਾ ਖਿਆਲ ਹੈ ਵੀ ਆਪਾਂ ਕਰ ਲਈਏ। ਖਬਰਾਂ ਸੁਸ਼ੀਲ ਹਰੀ ਮੁੜ ਕੇ ਸਾਨੂੰ ਕਾਫੀ ਸਾਰੀਆਂ ਦੱਸ ਜਾਂਦੇ ਨੇ। ਉਹ ਇਹ ਆ ਕਿ ਪੰਜਾਬ ਜਿਹੜਾ ਆ ਉਹਨੂੰ ਕਿਹਾ ਜਾਂਦਾ ਹੈ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਸਾਰਾ ਜਿਉਂਦਾ ਗੁਰਾਂ ਦੇ ਨਾਮ। ਤੇ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੀਆਂ ਪੰਕਤੀਆਂ ਅਸੀਂ ਹਰ ਰੋਜ਼ ਕਿਤੇ ਨਾ ਕਿਤੇ ਸੁਣਦੇ ਹਾਂ ਜਾਂ ਵਰਤਦੇ ਹਾਂ, ਕਿਉਂਕਿ ਗੁਰੂ ਸਾਹਿਬਾਨ ਨੇ ਜਿਹੜੀ ਸਾਨੂੰ ਫਿਲਾਸਫੀ ਦਿੱਤੀ, ਸਿੱਖ ਧਰਮ ਦਾ ਜਿਹੜਾ ਦਰਸ਼ਨ ਹੈ ਉਹਦੇ ਵਿੱਚ ਧਰਮ ਜਿਹੜਾ ਆ ਉਹਦੇ ਤੋਂ ਵੀ ਉੱਪਰ ਉੱਠ ਕੇ ਮਾਨਵਤਾ ਦੀ ਗੱਲ ਕੀਤੀ ਗਈ ਆ, ਔਰ ਸਮੁੱਚੀ ਮਾਨਵਤਾ ਨੂੰ ਇੱਕੋ ਹੀ ਤਰ੍ਹਾਂ ਕੰਸੀਡਰ ਕਰਦੇ ਨੇ। ਜਗ੍ਹਾ ਜਗ੍ਹਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਨੇ ਉਹਦੇ ਵਿੱਚ ਸਰਬੱਤ ਦੇ ਭਲੇ ਦੀ ਗੱਲ ਕੀਤੀ ਜਾਂਦੀ ਆ। ਮਾਨਸ ਕੀ ਜਾਤ ਸਭੇ ਏਕ ਪਹਿਚਾਨ ਹੋ, ਜਾਂ ਫਿਰ ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ, ਔਰ ਇਸ ਤਰ੍ਹਾਂ ਦੀਆਂ ਅਨੇਕਾਂ ਪ੍ਰਮਾਣ ਨੇ। ਅਸੀਂ ਗੁਰਬਾਣੀ ਦੇ ਬਹੁਤੇ ਵਿਆਖਿਆ ਨਹੀਂ ਕਰ ਸਕਦੇ, ਪਰ ਇਹਦੇ ਬਾਵਜੂਦ ਜਿਹੜੀ ਸਿੱਖ ਫਿਲਾਸਫੀ ਆ ਉਹਦੇ ਵਿੱਚ ਮਨੁੱਖ ਨੂੰ ਜਿਹੜਾ ਆ ਉਹ ਬਰਾਬਰ ਦਾ ਦਰਜਾ ਦਿੱਤਾ ਗਿਆ, ਬਰਾਬਰ ਦਾ ਰੁਤਬਾ ਦਿੱਤਾ ਗਿਆ। ਤੇ ਇਹੀ ਵਜ੍ਹਾ ਆ ਕਿ ਸਾਡੇ ਅੰਦਰ ਕਿਤੇ ਨਾ ਕਿਤੇ ਉਹ ਗੁਰਬਾਣੀ ਦਾ ਸਿੱਖਿਆਵਾਂ ਦਾ ਬੀਜ ਹੈ। ਚਾਹੇ ਅਸੀਂ ਮੋਨੇ ਹੋ ਜਾਈਏ, ਚਾਹੇ ਅਸੀਂ ਅੰਮ੍ਰਿਤ ਨਾ ਵੀ ਛਕੀਏ, ਚਾਹੇ ਅਸੀਂ ਪੂਰਨ ਗੁਰਸਿੱਖ ਨਾ ਵੀ ਹੋਈਏ, ਚਾਹੇ ਅਸੀਂ ਕਿਸੇ ਹੋਰ ਫਿਲਾਸਫੀ 'ਚ ਵਿਸ਼ਵਾਸ ਕਰਦੇ ਹੋਈਏ, ਪਰ ਜਿਹੜਾ ਉਹ ਸਿੱਖ ਦਰਸ਼ਨ ਹੈ ਗੁਰੂ ਸਾਹਿਬ ਨੇ ਇੱਕ ਲੰਬੀ 250-300 ਸਾਲ ਦੀ ਜਦੋਜਹਿਦ ਤੋਂ ਬਾਅਦ ਖਾਲਸੇ ਦੇ ਰੂਪ 'ਚ ਸਾਨੂੰ ਬਣਾ ਕੇ ਤੇ ਜਿਹੜਾ ਫਿਲਾਸਫੀ ਦਿੱਤੀ ਆ ਉਹ ਸਾਡੇ ਅੰਦਰ ਕਿਤੇ ਨਾ ਕਿਤੇ ਉਹਦਾ ਬੀਜ ਪਿਆ ਹੋਇਆ। ਇਸ ਕਰਕੇ ਬੜੇ ਮਾੜੇ ਸਮੇਂ ਆਏ ਪੰਜਾਬ ਦੇ ਉੱਤੇ। ਹਾਲਾਂਕਿ 47 'ਚ ਕਿਹਾ ਜਾਂਦਾ ਹੈ ਕਿ ਕੱਟ ਵੱਢ ਹੋਈ, ਸਿੱਖਾਂ ਵੱਲੋਂ ਵੀ ਕੁਝ ਕੀਤੀ ਹੋਈ ਅੱਗੋਂ ਬਰਾਬਰੀ 'ਤੇ, ਪਰ ਫਿਰ ਵੀ ਬਹੁਤ ਮਿਸਾਲਾਂ ਮਿਲਦੀਆਂ ਨੇ ਕਿ ਜਦੋਂ ਜਿਹੜੇ ਸਿੱਖ ਦਰਸ਼ਨ ਨੂੰ ਸਮਝਣ ਵਾਲੇ ਲੋਕ ਆ ਉਹ ਡਟ ਕੇ ਖੜੇ ਹੋਏ ਕਿ ਇਹ ਕੰਮ ਗਲਤ ਹੋ ਰਿਹਾ। ਮਲੇਰਕੋਟਲੇ ਦੀ ਮਿਸਾਲ ਆਪਾਂ ਅਕਸਰ ਦਿੰਦੇ ਹਾਂ ਕਿ ਉੱਥੇ ਕਿਸੇ ਦਾ ਵਾਲ ਵੀ ਵਿੰਗਾ ਨਹੀਂ ਸੀ ਹੋਣ ਦਿੱਤਾ ਸਿੱਖਾਂ ਨੇ ਉਸ ਸਮੇਂ। ਔਰ ਇਸੇ ਤਰ੍ਹਾਂ ਹੀ 84 ਤੋਂ ਕੁਝ ਸਮਾਂ ਪਹਿਲਾਂ ਤੋਂ ਪੰਜਾਬ ਵਿੱਚ ਸਿਆਸੀ ਚਾਲਾਂ ਕਰਕੇ ਇੱਕ ਮਾਹੌਲ ਇੰਨਾ ਗੰਧਲਾ ਕੀਤਾ ਗਿਆ ਜਿਹੜਾ ਹੌਲੀ ਹੌਲੀ ਅੱਤਵਾਦ ਦਾ ਰੂਪ ਲੈ ਗਿਆ, ਤੇ ਬੜੇ ਮਾੜੇ ਦਿਨ 15-20 ਸਾਲ ਪੰਜਾਬੀਆਂ ਨੇ ਭੋਗੇ ਨੇ। ਇਹਦੇ ਬਾਵਜੂਦ ਲੱਖ ਕੋਸ਼ਿਸ਼ਾਂ ਹੋਈਆਂ ਕਿ ਜਿਹੜੀ ਵੰਡ ਹੈ, ਸਮਾਜਿਕ ਵੰਡ, ਉਹ ਕਰ ਲਈ ਜਾਵੇ ਕਿਸੇ ਤਰ੍ਹਾਂ। ਜਿਹੜੀਆਂ ਰਾਜ ਧਿਰਾਂ ਸੀਗੀਆਂ, ਰਾਜ ਸੱਤਾ ਤੇ ਕਾਬਜ਼, ਉਹਨਾਂ ਦੀ ਕੋਸ਼ਿਸ਼ ਸੀ। ਕਦੀ ਢਿਲਵਾਂ ਬੱਸ 'ਚੋਂ ਕੱਢ ਕੇ ਹਿੰਦੂਆਂ ਨੂੰ ਮਾਰਿਆ ਗਿਆ, ਬਾਅਦ 'ਚੋਂ ਪ੍ਰੂਵ ਵੀ ਹੋ ਗਿਆ ਕਿ ਉਹ ਏਜੰਸੀਆਂ ਦੇ ਵਿਅਕਤੀ ਸੀਗੇ, ਤੇ ਕੁਝ ਇੱਕ ਸਿਰ ਫਿਰੇ ਜਿਹੜੇ ਖਾੜਕੂ ਵੀ ਹੋ ਸਕਦੇ ਆ, ਜਿਹੜੇ ਟੈਰਰਿਸਟ ਵੀ ਹੋ ਸਕਦੇ ਆ। ਇਹ 'ਚ ਕੋਈ ਸ਼ੱਕ ਨਹੀਂ ਆ ਕਿ ਉਹ ਕੁਝ ਲੋਕ ਬਹੁਤੇ ਸਿਆਣੇ ਨਹੀਂ ਸੀਗੇ, ਕੁਛ ਇੱਕ ਉਹਨਾਂ 'ਚੋਂ, ਔਰ ਉਹਨਾਂ ਨੇ ਗਲਤ ਚੀਜ਼ਾਂ ਕੀਤੀਆਂ। ਇਹਦੇ ਬਾਵਜੂਦ ਜਿਹੜਾ ਸਾਡਾ ਭਾਈਚਾਰਾ ਸੀਗਾ ਉਹਦੇ ਵਿੱਚ ਤਰੇੜ ਕਿਤੇ ਵੀ ਨਹੀਂ ਆਈ। ਪਹਿਲਾਂ ਤਾਂ ਆਪਾਂ ਇੱਥੇ ਥੋੜ੍ਹੀ ਜਿਹੀ ਗੱਲ ਕਰਦੇ ਹਾਂ, ਤੇ ਫਿਰ ਅਜੋਕੇ ਸੰਦਰਭ ਦੇ ਵਿੱਚ ਕਿਉਂ ਲੋੜ ਪਈ ਸਾਨੂੰ ਇਹ ਗੱਲ ਕਰਨ ਦੀ, ਇੱਥੇ ਗੱਲਬਾਤ ਕਰਦੇ ਜੀ। ਗਿੱਲ ਸਾਹਿਬ, ਜਿਹੜਾ ਸਿੱਖ ਧਰਮ ਗੁਰੂ ਨਾਨਕ ਦੇਵ ਜੀ ਨੇ ਆਰੰਭ ਕੀਤਾ, ਸਥਾਪਿਤ ਕੀਤਾ, ਉਹਦਾ ਜਿਹੜਾ ਸੰਬੰਧ ਹੈ ਉਹ ਉਹਨਾਂ ਨੇ ਪੂਰੀ ਮਨੁੱਖਤਾ ਨੂੰ, ਬਲਕਿ ਮਨੁੱਖਤਾ ਦੇ ਨਾਲ ਕੁਦਰਤ ਨੂੰ ਵੀ ਆਪਣੇ ਕਲਾਵੇ ਦੇ ਵਿੱਚ ਲਿਆ ਹੈਗਾ। ਉਹ ਜਦੋਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਤਾਂ ਉਹ ਮਨੁੱਖ ਮਾਤਰ ਤੋਂ ਗਾਂਹ ਜਾ ਕੇ ਕੁਦਰਤ ਦੀ ਗੱਲ ਵੀ ਕਰਦੇ ਆ, ਔਰ ਸਰਬੱਤ ਦੇ ਭਲੇ ਦੇ ਵਿੱਚ ਉਹ ਇਹ ਬਿਲਕੁਲ ਨਹੀਂ ਕਹਿੰਦੇ ਕਿ ਇਹ ਫਲਾਣੇ ਜਿਹੜੇ ਧਰਮ ਵਾਲੇ ਉਹਨਾਂ ਦਾ ਭਲਾ ਹੋਵੇ ਜਾਂ ਇਦਾਂ ਦੀ ਕੋਈ ਗੱਲ ਨਹੀਂ ਕਰਦੇ। ਔਰ ਕੁਦਰਤ ਨੂੰ ਵੀ ਉਹ ਕਲਾਵੇ 'ਚ ਇਦਾਂ ਲੈਂਦੇ ਆ ਕਿ ਉਹ ਕਹਿੰਦੇ ਆ ਵੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਕਿ ਪੌਣ ਜਿਹੜੀ ਆ, ਹਵਾ ਜਿਹੜੀ ਆ, ਇਹ ਗੁਰੂ ਆ, ਪਾਣੀ ਪਿਤਾ, ਤੇ ਇਹ ਜੀਵਨ ਦਾ ਜਿਹੜਾ ਪਿਤਾ ਹੈ ਉਹ ਪਾਣੀ ਆ। ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ, ਤੇ ਦਿਨ ਤੇ ਰਾਤ ਜਿਹੜੇ ਆ ਇਹ ਦਾਈ ਆ ਜਿਹਦੇ ਹੱਥਾਂ ਦੇ ਵਿੱਚ ਮਨੁੱਖ ਖੇਡਦਾ ਆ। ਸੋ ਮਤਲਬ ਕਹਿਣ ਦਾ ਇਹ ਕਿ ਉਹ
ਇਸ ਤੋਂ ਵੀ ਅੱਗੇ ਚਲੇ ਗਏ ਕਿ ਉਹਨਾਂ ਨੇ ਮਨੁੱਖ ਮਾਤਰ ਤੋਂ ਅੱਗੇ ਕੁਦਰਤ ਨੂੰ ਵੀ ਆਪਣਾ ਜਿਹੜਾ ਹੈ ਸਰਬੱਤ ਦਾ ਭਲਾ ਉਹਦਾ ਵਿਸ਼ਾ ਬਣਾਇਆ। ਔਰ ਉਹਨਾਂ ਨੇ ਇਹ ਗੱਲ ਜਿਹੜੀ ਆ ਉਹ ਭਲੀ ਭਾਂਤ ਕਹੀ ਕਿ ਮਨੁੱਖ ਚੰਗਾ ਮਨੁੱਖ ਕਿਵੇਂ ਬਣੇ। ਉਹਦੇ ਲਈ ਉਹਨਾਂ ਨੇ ਕਿਰਤ ਕਰਨ ਦਾ ਉਪਦੇਸ਼ ਦਿੱਤਾ, ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ, ਨਾਮ ਜਪਣ ਦਾ ਉਪਦੇਸ਼ ਦਿੱਤਾ। ਸੋ ਉਸ ਤੋਂ ਗਾਂਹ ਚਲਦਿਆਂ ਚਲਦਿਆਂ ਜਿਹੜਾ ਸਿੱਖ ਧਰਮ ਆ ਇਹਦੇ ਵਿੱਚ ਜਾਤ ਪਾਤ ਨੂੰ ਖਤਮ ਕਰਨ ਦਾ ਯਤਨ ਕੀਤਾ ਗਿਆ, ਬਰਾਬਰੀ ਲਿਆਉਣ ਦਾ ਯਤਨ ਕੀਤਾ ਗਿਆ। ਔਰ ਜੇ ਅਸੀਂ ਪੋਲੀਟੀਕਲ ਸਿਸਟਮ ਜਿਹੜੇ ਆ ਉਹਨਾਂ ਨੂੰ ਦੇਖੀਏ ਤਾਂ ਗੁਰੂ ਸਾਹਿਬ ਨੇ ਬੰਦੇ ਨੂੰ ਚੰਗਾ ਬੰਦਾ ਬਣਾਉਣ ਲਈ ਇਹ ਵੀ ਕਿਹਾ ਬਈ ਉਹਦੇ ਅੰਦਰ ਕੋਈ ਪੱਖਪਾਤ ਨਹੀਂ ਹੋਣਾ ਚਾਹੀਦਾ। ਉਹ ਗੁਣਾਂ ਦੇ ਆਧਾਰ ਦੇ ਉੱਤੇ ਬੰਦੇ ਨੂੰ ਪਰਖੇ। ਗੁਰੂ ਸਾਹਿਬ ਦਾ ਤੁਹਾਨੂੰ ਪਤਾ ਕਿ ਉਹਨਾਂ ਦੇ 2 ਬੇਟੇ ਸੀਗੇ ਤੇ ਗੁਰੂ ਸਾਹਿਬ ਨੂੰ ਇਹ ਪਤਾ ਸੀਗਾ, ਜਾਂ ਜਿਹੜੀ ਉਹਨਾਂ ਨੇ ਪਰਖ ਕੀਤੀ ਉਹਦੇ ਵਿੱਚ ਉਹ ਪੂਰੇ ਨਹੀਂ ਉਤਰੇ, ਤੇ ਉਹਨਾਂ ਨੇ ਗੁਰਗੱਦੀ ਜਿਹੜੀ ਹੈਗੀ ਆ ਉਹ ਆਪਣੇ ਪੁੱਤਰਾਂ ਦੀ ਥਾਂ ਆਪਣੇ ਇੱਕ ਗੁਰਸਿੱਖ ਭਾਈ ਲਹਿਣੇ ਨੂੰ ਦਿੱਤੀ, ਜਿਹੜੇ ਬਾਅਦ ਦੇ ਵਿੱਚ ਗੁਰੂ ਅੰਗਦ ਦੇਵ ਅਖਵਾਏ। ਸੋ ਉਹੀ ਗੱਲ ਜਿਹੜੀ ਚਲੀ ਆਉਂਦੀ ਆ ਕਿ ਜਿਹੜਾ ਪੂਰਨ ਸਿੰਘ ਨੇ ਕਿਹਾ ਨਾ ਕਿ ਪੰਜਾਬ ਜੀਂਦਾ ਗੁਰਾਂ ਦੇ ਨਾਮ ਤੇ, ਉਹ ਇਸੇ ਕਰਕੇ ਹੀ ਉਹਨੇ ਕਿਹਾ ਹੈਗਾ ਕਿ ਸਾਰੇ ਗੁਰੂ ਸਾਹਿਬਾਨ ਨੇ ਜਿਹੜਾ ਉਪਦੇਸ਼ ਹੈਗਾ ਉਹ ਸਮੁੱਚੀ ਮਨੁੱਖਤਾ ਨੂੰ ਆਪਣੇ ਸਾਹਮਣੇ ਰੱਖ ਕੇ ਦਿੱਤਾ ਹੈਗਾ। ਸਮੁੱਚੀ ਜਿਹੜੀ ਪ੍ਰਿਥਵੀ ਹੈ, ਸਮੁੱਚੀ ਜਿਹੜੀ ਧਰਤੀ ਹੈ, ਉਹਦਾ ਭਲਾ ਉਹਨਾਂ ਨੇ, ਸਾਰੇ ਬ੍ਰਹਿਮੰਡ ਦਾ ਵੀ ਭਲਾ ਉਹਨਾਂ ਨੇ ਮੰਗਿਆ। ਸੋ ਇਸ ਕਰਕੇ ਉਸ ਤੋਂ ਗਾਂਹ ਤੁਸੀਂ ਜਿਹੜਾ ਜ਼ਿਕਰ ਕੀਤਾ ਹੈਗਾ, ਜਿਹੜੀਆਂ ਘਟਨਾਵਾਂ ਜਿਹਨੂੰ ਆਪਾਂ ਕਾਲਾ ਦੌਰ ਕਹਿੰਦੇ ਆ, ਉਹਦੇ ਵਿੱਚ ਵੀ ਇਸ ਕਿਸਮ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਬਹੁਤ ਪਾੜੇ ਪਾਉਣ ਦੇ ਯਤਨ ਕੀਤੇ ਗਏ, ਪਰ ਇਹਦੇ ਬਾਵਜੂਦ ਵੀ ਹਿੰਦੂਆਂ ਸਿੱਖਾਂ ਦੇ ਵਿੱਚ ਕੋਈ ਇਸ ਕਿਸਮ ਦਾ ਪਾੜਾ ਨਹੀਂ ਪਿਆ। ਇੱਥੋਂ ਤੱਕ ਕਿ ਜਦੋਂ ਦਿੱਲੀ ਦੇ ਵਿੱਚ ਪਲਾਨ ਕਰਕੇ ਇੱਕ ਜੈਨੋਸਾਈਡ ਕਰਨ ਦਾ ਯਤਨ ਕੀਤਾ ਗਿਆ, ਉਹਦੇ ਵਿੱਚ ਵੀ ਜਿਹੜੇ ਹਿੰਦੂ ਹੈਗੇ ਆ ਉਹ ਸਿੱਖ ਭਾਈਚਾਰੇ ਨਾਲ ਮੋਢਾ ਜੋੜ ਕੇ ਆਏ ਆ, ਕਿਉਂਕਿ ਹਰ ਧਰਮ ਦੇ ਵਿੱਚ ਜਦੋਂ ਕੱਟੜਤਾ ਆਉਂਦੀ ਆ ਤਾਂ ਕੱਟੜਤਾ ਮਾੜੀ ਆ, ਕੋਈ ਧਰਮ ਮਾੜਾ ਨਹੀਂ ਹੈ। ਔਰ ਇਹ ਮਿਸਾਲਾਂ ਹੈਗੀਆਂ ਕਿ ਦਿੱਲੀ ਦੇ ਜਿਹੜਾ ਜੈਨੋਸਾਈਡ ਸੀਗਾ ਉਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਨੇ ਇਸ ਗੱਲ ਨੂੰ ਮੁੱਖ ਰੱਖਦੇ ਹੋਏ, ਭਾਈਚਾਰਕ ਸਾਂਝ ਨੂੰ ਮੁੱਖ ਰੱਖਦੇ ਹੋਏ, ਬਹੁਤ ਸਾਰੇ ਜਿਹੜੇ ਦੰਗਾਈ ਸੀਗੇ, ਜਿਹੜੇ ਦੰਗਾ ਕਰਦੇ ਸੀਗੇ, ਉਹਨਾਂ ਤੋਂ ਬਚਾਉਣ ਲਈ ਆਪਣੇ ਭੈਣਾਂ ਭਰਾਵਾਂ ਨੂੰ ਪਨਾਹ ਵੀ ਦਿੱਤੀ, ਉਹਨਾਂ ਨੂੰ ਆਪਣੀ ਜਾਨ ਜਿਹੜੀ ਆ ਉਹ ਖਤਰੇ 'ਚ ਪਾ ਕੇ ਵੀ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਮਿਸਾਲਾਂ ਆ ਕਿ ਜਦੋਂ ਇੱਕ ਫਿਰਕੇ ਦੇ ਲੋਕਾਂ ਨੂੰ, ਹਿੰਦੂਆਂ ਨੂੰ ਮਾਰਨ ਦੀ ਗੱਲ ਹੁੰਦੀ ਸੀਗੀ, ਤੇ ਕਈ ਜਿਹੜੇ ਸੀਗੇ ਸਿੱਖ ਭਾਈਚਾਰੇ ਦੇ ਲੋਕ, ਉਹ ਉਹਨਾਂ ਨੂੰ ਜੱਫੀ ਪਾ ਲੈਂਦੇ ਸੀਗੇ ਕਿ ਜੇ ਮਾਰਨਾ ਤਾਂ ਪਹਿਲਾਂ ਮੈਨੂੰ ਮਾਰੋ। ਸੋ ਇਹ ਬਿਲਕੁਲ ਪੂਰਨ ਸਿੰਘ ਦਾ ਜਿਹੜਾ ਕਿਹਾ ਹੋਇਆ, ਪੂਰਨ ਸਿੰਘ ਦੇ ਜਿਹੜੇ ਸ਼ਬਦ ਨੇ ਕਿ ਪੰਜਾਬ ਜੀਂਦਾ ਗੁਰਾਂ ਦੇ ਨਾਮ ਤੇ, ਇਹ ਵਾਕਿਆ ਹੀ ਜਿਹੜੀ ਗੁਰੂਆਂ ਦੀ ਫਿਲਾਸਫੀ ਆ। ਔਰ ਉਹਨਾਂ ਨੇ ਨਾ ਕੇਵਲ ਉਪਦੇਸ਼ ਦਿੱਤਾ ਬਲਕਿ ਉਹਨਾਂ ਨੇ ਇਹਦੇ ਤੇ ਅਮਲ ਵੀ ਕੀਤਾ। ਜਿਹੜੇ 9ਵੇਂ ਗੁਰੂ ਦੀ ਸ਼ਹਾਦਤ ਆ, ਉਹ ਅੱਗੇ ਵੀ ਆਪਾਂ ਕਈ ਵਾਰੀ ਗੱਲ ਕੀਤੀ ਆ ਕਿ ਉਹ ਸਮੁੱਚੇ ਤੌਰ ਦੇ ਉੱਤੇ ਇਸ ਸਿਧਾਂਤ ਨਾਲ ਦਿੱਤੀ ਹੋਈ, ਇਸ ਸਿਧਾਂਤ ਬਦਲੇ ਦਿੱਤੀ ਹੋਈ ਸ਼ਹਾਦਤ ਆ ਬਈ ਦੁਨੀਆ ਦਾ ਹਰ ਬੰਦਾ ਜਿਹੜਾ ਉਹਨੂੰ ਆਪਣੇ ਅਕੀਦੇ ਦੇ ਮੁਤਾਬਕ, ਆਪਣੇ ਵਿਸ਼ਵਾਸ ਦੇ ਮੁਤਾਬਕ ਜਿਉਣ ਦਾ ਹੱਕ ਆ। ਜੀ ਬਿਲਕੁਲ ਪ੍ਰੋਫੈਸਰ ਸਾਹਿਬ, ਤੁਸੀਂ ਕਾਫੀ ਵਿਸਤਾਰ 'ਚ ਇਹ ਗੱਲ ਦੱਸੀ ਆ ਕਿ ਸਿੱਖ ਦਰਸ਼ਨ ਦੇ ਵਿੱਚ ਜਿਵੇਂ ਇਹਨਾਂ ਚੀਜ਼ਾਂ ਨੂੰ ਕੰਸੀਡਰ ਕੀਤਾ ਗਿਆ, ਕੁਦਰਤ ਦਾ ਹਵਾਲਾ ਤੁਸੀਂ ਦਿੱਤਾ। ਵੈਸੇ ਤੇ ਜ਼ਿੰਦਗੀ ਦਾ ਕੋਈ ਐਸਾ ਵਿਸ਼ਾ ਸ਼ਾਇਦ ਹੀ ਹੋਵੇ ਜਿਹੜਾ ਉਹਦੇ ਵਿੱਚ ਦਰਜ ਨਾ ਹੋਵੇ। ਕਈ ਵਾਰ ਤਾਂ ਇਹ ਕਹਿ ਲਿਆ ਜਾਂਦਾ ਹੈ ਕਿ ਜਿਹੜਾ ਸਿੱਖੀਜ਼ਮ ਹੈ ਇਹ ਖਾਲੀ ਧਰਮ ਹੀ ਨਹੀਂ ਹੈ, ਇਹ ਜੀਵਨ ਸ਼ੈਲੀ ਹੈ। ਵੈਸੇ ਹੁਣ ਵੀ ਰਿਸੋ ਰਿਸ਼ੀ ਸਾਰੇ ਹੀ ਧਰਮ ਕਹਿਣ ਲੱਗ ਗਏ ਕਿ ਜੀਵਨ ਸ਼ੈਲੀ ਆ। ਬੜੀਆਂ ਅਜੀਬ ਗੱਲਾਂ ਸਾਰੇ ਆਪੋ ਆਪਣੇ ਧਰਮ ਦੀਆਂ
ਜਿਹੜੀਆਂ ਚੀਜ਼ਾਂ ਨੂੰ ਅੱਜ ਕੱਲ੍ਹ ਵਿਗਿਆਨ ਨਾਲ ਜੋੜ ਕੇ ਜਾਂ ਜਿਹੜੀ ਮਾਡਰਨ ਏਜ ਆ ਉਹਦੇ ਨਾਲ ਜੋੜ ਕੇ ਕੋਸ਼ਿਸ਼ ਕਰਦੇ ਨੇ ਕਿ ਧਰਮ ਜਿਹੜੇ ਆ ਉਹ ਸਾਡੇ ਵੀ ਜਿਹੜੇ ਆ ਉਹ ਬੜੇ ਸਾਇੰਟੀਫਿਕ ਅਪਰੋਚ ਨੇ। ਔਰ ਚਲੋ ਕਿਸੇ ਧਰਮ ਦੀ ਨਿੰਦਿਆ ਕਰਨੀ ਨਹੀਂ ਸਾਡਾ ਇੱਥੇ ਮਕਸਦ ਕੋਈ ਵੀ, ਪਰ ਕਿਉਂਕਿ ਸਿੱਖ ਧਰਮ ਜਿਹੜਾ ਵਾ ਲੇਟੈਸਟ ਧਰਮ ਹੈ ਔਰ ਇੱਕ ਜ਼ਬਰ ਦੇ ਖਿਲਾਫ ਲੰਬੀ ਇੱਕ ਅੰਦੋਲਨ ਕਹਿ ਲਓ, ਮੂਵਮੈਂਟ ਕਹਿ ਲਓ, ਇੱਕ ਸੰਘਰਸ਼ ਕਹਿ ਲਓ, ਉਹਦੇ 'ਚ ਉਪਜਿਆ ਹੋਇਆ ਧਰਮ ਹੈ ਜਿਹਨੇ 1469 ਤੋਂ ਲੈ ਕੇ ਤੇ 1699 ਤੱਕ ਦਾ ਸਫ਼ਰ ਤੈਅ ਕੀਤਾ ਸੀਗਾ ਤੇ ਜਿਹਦੇ ਵਿੱਚ ਅਨੇਕਾਂ ਕੁਰਬਾਨੀਆਂ ਹੋਈਆਂ। ਪਹਿਲੇ ਹੀ ਸਾਡੀ ਕੁਰਬਾਨੀ ਵੱਡੀ ਜਿਹੜੀ ਆ ਉਹ ਗੁਰੂ ਅਰਜਨ ਪਾਤਸ਼ਾਹ ਦੀ ਕਹੀ ਜਾਂਦੀ ਆ, ਪੰਜਵੀਂ ਪਾਤਸ਼ਾਹੀ ਦੀ, ਸ਼ਹੀਦਾਂ ਦੇ ਸਰਤਾਜ ਉਹਨਾਂ ਨੂੰ ਕਹਿੰਦੇ ਆ। ਤੇ ਉਸ ਤੋਂ ਬਾਅਦ ਫਿਰ ਖਾਲਸਾਈ ਰੰਗ ਥੋੜ੍ਹਾ ਜਿਹਾ ਗੁਰੂ ਹਰਗੋਬਿੰਦ ਸਾਹਿਬ ਵੇਲੇ ਵੀ ਆ ਗਿਆ ਸੀਗਾ। ਪਰ ਜਿਹੜੇ ਗੁਰੂ ਸਾਹਿਬਾਂ ਦੇ ਸ਼ਰਧਾਲੂ ਸਿੱਖ ਸੀਗੇ ਉਹ ਭਾਰਤ ਦੇ ਕੋਨੇ-ਕੋਨੇ 'ਚੋਂ ਉਹਨਾਂ ਦੇ ਨਾਲ ਜੁੜੇ ਰਹੇ। ਔਰ ਉਹਦਾ ਮਿਸਾਲ ਸਭ ਤੋਂ ਵੱਡੀ ਤੇ ਇਹ ਆ ਕਿ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ ਉਹਦੇ ਵਿੱਚ ਸਾਰਿਆਂ ਨੂੰ ਹੀ ਜਿਹੜੀ ਗੁਰਮਤ ਦੀ ਫਿਲਾਸਫੀ ਦੇ ਅਨੁਕੂਲ ਸੀ, ਉਹਨਾਂ ਦੀ ਵਿਚਾਰਧਾਰਾ ਦੇ ਅਨੁਕੂਲ ਬਾਣੀ ਸੀਗੀ, ਉਹਨਾਂ ਨੂੰ ਗੁਰੂ ਸਾਹਿਬਾਂ ਦੇ ਤੁੱਲ ਸਨਮਾਨ ਦੇ ਕੇ ਤੇ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤਾ। ਇਹ ਮਿਸਾਲ ਦੁਨੀਆ ਦੇ ਸ਼ਾਇਦ ਹੀ ਕਿਸੇ ਹੋਰ ਧਰਮ ਵਿੱਚ ਆਪਾਂ ਨੂੰ ਮਿਲਦੀ ਹੋਵੇ ਕਿ ਆਪਣੇ ਧਰਮ ਤੋਂ ਬਾਹਰੀ ਲੋਕਾਂ ਦੀ ਜਿਹੜੀ ਇੰਨੀ ਮਾਨਤਾ ਉਹਨਾਂ ਨੂੰ ਦੇਣੀ ਤੇ ਉਹਦੇ ਅੱਗੇ ਸੀਸ ਝੁਕਾਉਣਾ ਸਾਰੇ ਸਿੱਖਾਂ ਵੱਲੋਂ। ਇਹ ਇੱਕ ਵਿਲੱਖਣ ਵਰਤਾਰਾ ਹੈ ਜਿਹੜਾ ਕਿਸੇ ਹੋਰ ਧਰਮ 'ਚ ਸਾਨੂੰ ਨਹੀਂ ਮਿਲਦਾ। ਦੇਖੋ, ਪੰਜਵੇਂ ਗੁਰੂ ਸਾਹਿਬ ਦੀ ਕੁਰਬਾਨੀ ਦੀ ਗੱਲ ਤੁਸੀਂ ਕੀਤੀ ਆ, ਕਿਉਂਕਿ ਇਹ ਸੱਚਾਈ ਤੇ ਸੱਚ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਤੇ ਖੜਾ ਧਰਮ ਹੈਗਾ ਔਰ ਦੁਨੀਆ ਦੇ ਧਰਮਾਂ ਵਿੱਚ ਸਭ ਤੋਂ ਛੋਟੀ ਉਮਰ ਦਾ ਧਰਮ ਆ। ਇਸ ਕਰਕੇ ਇਹਦੇ ਵਿੱਚ ਬਹੁਤ ਸਾਰੀਆਂ ਉਹ ਗੱਲਾਂ ਆ ਜਿਹੜੀਆਂ ਜਿਹੜੇ ਰਵਾਇਤੀ ਧਰਮ ਨੇ, ਪੁਰਾਣੇ ਧਰਮ ਨੇ, ਉਹਨਾਂ ਵਿੱਚ ਸ਼ਾਇਦ ਨਾ ਹੋਣ। ਔਰ ਜਿੱਥੋਂ ਤੱਕ 1699 ਦੀ ਵਿਸਾਖੀ ਦਾ ਸੰਬੰਧ ਆ, ਗੁਰੂ ਸਾਹਿਬ ਨੇ ਸਾਰੇ ਦੇਸ਼ ਦੇ ਲੋਕਾਂ ਨੂੰ ਸੱਦਾ ਦਿੱਤਾ, ਸਾਰੇ ਦੇਸ਼ ਦੇ ਲੋਕਾਂ ਨੂੰ ਬੁਲਾਇਆ ਔਰ ਉੱਥੇ ਉਹਨਾਂ ਨੇ ਜਿਹੜਾ ਗਿੱਦੜਾਂ ਤੋਂ ਸ਼ੇਰ ਬਣਾਉਣ ਵਾਲੀ ਗੱਲ ਹੈਗੀ ਆ, ਉਸ ਕਿਸਮ ਦਾ ਮਨੁੱਖ ਸਿਰਜਣ ਵਾਸਤੇ ਜਿਹੜਾ ਭੈ ਰਹਿਤ ਡਰ ਰਹਿਤ ਮਨੁੱਖ ਹੋਵੇ, ਉਹਦੇ ਲਈ ਉਹਨਾਂ ਨੇ ਇੱਕ ਜਿਹੜੀ ਵਿਧੀ ਆ, ਉਹ ਸਾਰਿਆਂ ਨੂੰ ਪਤਾ ਆ ਕਿ ਉਹਨਾਂ ਨੇ ਸਿਰ ਮੰਗੇ, ਸੀਸ ਮੰਗੇ। ਸੀਸ ਦਾ ਮਤਲਬ ਹੁੰਦਾ ਕਿ ਆਪਣੀ ਜਾਨ ਦੀ ਕੁਰਬਾਨੀ ਜਿਹੜੀ ਆ, ਜਿਹੜਾ ਦੇਣ ਲਈ ਤਿਆਰ ਹੈਗਾ, ਉਹ ਅੱਗੇ ਆਵੇ। ਤੇ ਜਿਹੜੇ ਉਹ 5 ਸੀਸ ਦੇਣ ਵਾਲੇ ਸੀਗੇ ਸਿੰਘ, ਸਿੱਖ, ਸ਼ਰਧਾਲੂ, ਉਹ ਭਾਰਤ ਦੇ ਵੱਖਰੇ ਵੱਖਰੇ ਕੋਨਿਆਂ ਤੋਂ ਆਏ ਸੀਗੇ ਔਰ ਉਹਨਾਂ ਦਾ ਸੰਬੰਧ ਵੱਖਰੀਆਂ ਵੱਖਰੀਆਂ ਜਾਤਾਂ ਨਾਲ ਸੀਗਾ, ਵੱਖਰੇ ਵੱਖਰੇ ਭਾਈਚਾਰਿਆਂ ਨਾਲ ਸੀਗਾ, ਜਿਹਦਾ ਮਤਲਬ ਇਹ ਆ ਕਿ ਉਹਨਾਂ ਨੇ ਸਮਾਜ ਦੇ ਵਿੱਚ ਕੋਈ ਊਚ ਨੀਚ ਜਿਹੜੀ ਹੈਗੀ ਆ ਉਹ ਨਹੀਂ ਉਹ ਵੇਖਣਾ ਚਾਹੁੰਦੇ ਸੀਗੇ ਔਰ ਨਾ ਹੀ ਜਾਤ ਪਾਤ ਜਿਹੜੀ ਆ ਉਹ ਵੇਖਣਾ ਚਾਹੁੰਦੇ ਸੀਗੇ। ਮਾਨਸ ਕੀ ਜਾਤ ਸਭੇ ਏਕਾ ਪਹਿਚਾਨਬੋ ਦਾ ਮਤਲਬ ਇਹੀ ਆ ਕਿ ਜਿਹੜੀ ਮਨੁੱਖ ਜਾਤੀ ਆ ਇਹਨੂੰ ਮਾਨਤਾ ਦੇਣੀ ਚਾਹੀਦੀ ਆ। ਧਰਤੀ ਦੇ ਉੱਤੇ ਜਿਹੜਾ ਪੈਦਾ ਹੋਇਆ ਮਨੁੱਖ ਆ ਉਹ ਸਾਡੇ ਪੂਜਣਯੋਗ ਆ, ਮਾਣਯੋਗ ਆ ਤੇ ਇਸ ਕਰਕੇ ਇਹ ਜਿਹੜਾ ਅਸਰ ਹੈਗਾ ਗੁਰੂ ਸਾਹਿਬਾਨ ਦੇ ਫਲਸਫੇ ਦਾ, ਦਰਸ਼ਨ ਦਾ ਔਰ ਉਹਨਾਂ ਦੀਆਂ ਜਿਹੜੀਆਂ ਕੁਰਬਾਨੀਆਂ ਆ, ਉਹਨਾਂ ਦਾ ਅਸਰ ਇਹ ਰਿਹਾ ਹੈਗਾ ਕਿ ਇਹ ਉੱਥੋਂ ਗੁਰੂ ਨਾਨਕ ਦੇਵ ਜੀ ਤੋਂ ਚੱਲ ਕੇ ਗੁਰੂ ਗੋਬਿੰਦ ਸਿੰਘ ਤੱਕ ਜਿਹੜਾ ਸਾਰਾ ਇਤਿਹਾਸ ਆ ਉਹ ਇਹ ਦਰਸਾਉਂਦਾ ਆ ਭਈ ਸੱਚੀ ਮੁੱਚੀ ਉਹਨਾਂ ਨੇ ਮਾਨਸ ਦੀ ਜਿਹੜੀ ਮਨੁੱਖ ਜਾਤੀ ਹੈਗੀ ਆ ਉਹਨੂੰ ਇੱਕ ਕਰਕੇ ਜਾਣਨ ਦਾ ਯਤਨ ਕੀਤਾ ਆ। ਇਹ ਠੀਕ ਆ ਕਿ ਸਮੇਂ-ਸਮੇਂ ਦੇ ਉੱਤੇ ਕੁਝ ਵਿਅਕਤੀ ਜਿਹੜੇ ਆ ਉਹ ਕੱਟੜਤਾ ਦਾ ਸ਼ਿਕਾਰ ਹੋ ਜਾਂਦੇ ਆ, ਉਹ ਮੇਰਾ ਖਿਆਲ ਹਰ ਧਰਮ ਦੇ ਵਿੱਚ ਹੀ ਹੋ ਸਕਦੇ ਆ। ਪਰ ਪੰਜਾਬ ਦੇ ਵਿੱਚ ਕਿਉਂਕਿ ਮੁੱਖ ਤੌਰ ਦੇ ਉੱਤੇ ਜਿਹੜਾ ਸਿੱਖ ਧਰਮ ਆ ਉਹ ਭਾਰੂ ਰਿਹਾ ਹੈਗਾ, ਅਜੇ ਵੀ ਬਹੁ ਗਿਣਤੀ ਸਿੱਖ ਭਾਈਚਾਰੇ ਦੀ ਆ, ਤੋ ਇਸ ਕਰਕੇ
ਕਦੀ ਵੀ ਇਸ ਕਿਸਮ ਦੀ ਗੱਲ ਜਿਹੜੀ ਹੈਗੀ ਆ, ਧਰਮ ਆਧਾਰਿਤ ਵੰਡ ਜਿਹੜੀ ਆ, ਉਹ ਸਿੱਖਾਂ ਨੇ ਪ੍ਰਵਾਨ ਨਹੀਂ ਕੀਤੀ ਜੀ। ਪ੍ਰੋਫੈਸਰ ਸਾਹਿਬ, ਹੁਣ ਆਉਂਦੇ ਹਾਂ ਆਪਾਂ ਮੌਜੂਦਾ ਦੌਰ ਵਾਲੀ ਸਿਆਸਤ ਵੱਲ। ਜਿਹੜੀ ਸਿਆਸਤ ਹੈ, ਇਹਦੀ ਬੁਨਿਆਦ ਹੀ ਇਹ ਆ ਕਿ ਉਹ ਭਾਈਚਾਰਿਆਂ ਦੇ ਨਾਂ 'ਤੇ, ਜਾਤਾਂ ਦੇ ਨਾਂ 'ਤੇ, ਬਰਾਦਰੀਆਂ ਦੇ ਨਾਂ 'ਤੇ, ਊਚ ਨੀਚ ਦੇ ਨਾਂ 'ਤੇ, ਦਲਿਤ ਸ਼ੂਦਰ ਦੇ ਨਾਂ 'ਤੇ, ਖਾਸ ਕਰਕੇ ਜਿਹੜੀ ਸਾਡੀ ਹਿੰਦੂ ਮਿਥਿਓਲੋਜੀ 'ਚੋਂ ਆਈਆਂ ਚੀਜ਼ਾਂ ਨੇ, ਉਹਨਾਂ ਨੂੰ ਵਰਤ ਕੇ ਤੇ ਪੰਜਾਬ ਦੇ ਲੋਕਾਂ ਨੂੰ ਵੀ ਪਾੜਨ ਵਾਲੇ ਰਾਹ ਪੈ ਰਹੀ ਨਜ਼ਰ ਆ ਰਹੀ ਆ। ਜਦੋਂ ਕਿ ਅਲੱਗ-ਅਲੱਗ ਸਮਿਆਂ 'ਤੇ ਅਲੱਗ-ਅਲੱਗ ਤਰ੍ਹਾਂ ਨਾਲ ਸਿਆਸਤਦਾਨਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ। ਜਿਵੇਂ ਮੈਂ ਗੱਲ ਕੀਤੀ ਆ ਕਿ ਪੰਜਾਬੀ ਜਿਹੜਾ ਭਾਈਚਾਰਾ ਸੀਗਾ ਉਹ ਇੱਕਮਿਕ ਰਿਹਾ, ਉਹਨਾਂ ਦੇ ਵਿੱਚ ਨਫ਼ਰਤ ਨਹੀਂ ਘੱਟੋ ਘੱਟ ਬੀਤ ਸਕੇ। ਹਾਂ, ਥੋੜ੍ਹਾ 84 ਤੋਂ ਬਾਅਦ ਕੁਝ ਇੱਕ ਸ਼ਰਾਰਤੀ ਅਨਸਰਾਂ ਨੂੰ ਕਹਿ ਲਵੋ, ਦੋਨਾਂ ਧਿਰਾਂ ਵਾਲੇ ਪਾਸਿਆਂ ਤੋਂ, ਤੇ ਨਫ਼ਰਤ ਦੇ ਬੀਜ ਜ਼ਰੂਰ ਬੀਜੇ ਗਏ ਸੀਗੇ। ਪਰ ਉਹ ਲੋਕ ਹੁਣ ਤੁਹਾਨੂੰ ਪੰਜਾਬ ਜਿਹੜਾ ਭਾਰਤ ਵਾਲਾ ਪੰਜਾਬ ਆ, ਉੱਥੇ ਕਿਤੇ ਨਜ਼ਰ ਇੱਦਾਂ ਦਾ ਮਾਹੌਲ ਨਹੀਂ ਆਉਂਦਾ। ਇੱਕਾ ਦੁੱਕਾ ਜਿਹੜੇ ਏਜੰਟ ਟਾਈਪ ਲੋਕ ਨੇ, ਚਾਹੇ ਉਹ ਸ਼ਿਵ ਸੈਨਾ ਦੇ ਨਾਂ 'ਤੇ ਹੋਣ, ਚਾਹੇ ਉਹ ਕਈ ਲੋਕ ਸਿੱਖ ਜਿਹੜੇ ਹੈਗੇ ਨੇ ਜਥੇਬੰਦੀਆਂ, ਉਹਨਾਂ ਦਾ ਨਾਂ ਵਰਤ ਕੇ ਵੀ ਇੱਕ ਦੂਜੇ ਨੂੰ ਸੋਸ਼ਲ ਮੀਡੀਆ ਦੇ ਉੱਤੇ ਮੈਂ ਕਹਾਂ ਬਕਵਾਸ ਕਰਦੇ ਨੇ, ਗੰਦ ਬੋਲਦੇ ਨੇ, ਗਾਲਾਂ ਕੱਢਦੇ ਨੇ। ਉਹ ਕਿਸੇ ਤਰ੍ਹਾਂ ਵੀ ਨਾ ਪੰਜਾਬੀ ਨੇ, ਨਾ ਪੰਜਾਬ ਹਿਤੈਸ਼ੀ ਨੇ, ਨਾ ਉਹ ਗੁਰੂ ਦੇ ਸੱਚੇ ਸਿੱਖ ਨੇ, ਤੇ ਨਾ ਹੀ ਉਹ ਮਾਨਵਤਾਵਾਦੀ ਲੋਕ ਨੇ। ਉਹਨਾਂ ਦਾ ਏਜੰਡਾ ਕੁਝ ਹੋਰ ਹੁੰਦਾ, ਜਿਹਦੇ ਕਰਕੇ ਉਹ ਆਪਣਾ ਕੰਮ ਕਰ ਰਹੇ ਹੁੰਦੇ ਆ। ਪਰ ਹੁਣ ਹੈਰਾਨੀ ਦੀ ਗੱਲ ਇਹ ਹੋ ਰਹੀ ਆ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਜਿਹੜੀ ਮਾਂ ਜਥੇਬੰਦੀ ਆ ਪਿੱਛੇ, ਜਿਹਦੀ ਫਿਲਾਸਫੀ ਦੇ ਉੱਤੇ ਉਹ ਕੰਮ ਕਰਦੇ ਨੇ, ਜਿਹਨੂੰ ਆਪਾਂ ਰਾਸ਼ਟਰੀ ਸੇਵਕ ਸੰਘ ਕਹਿੰਦੇ ਆ ਜਾਂ ਸਵੈਮ ਸੇਵਕ ਸੰਘ ਕਹਿੰਦੇ ਆ। RSS ਸ਼ਬਦ ਕਾਫੀ ਪਾਪੂਲਰ ਹੈ, ਹੁਣ ਸਾਰਿਆਂ ਨੂੰ ਪਤਾ RSS ਕੀ ਆ, ਨਾਗਪੁਰ ਉਹਦਾ ਹੈੱਡਕੁਆਟਰ ਆ। ਉਹਨਾਂ ਨੇ ਪੰਜਾਬ ਵਿੱਚ ਵੀ ਇਹ ਗੇਮ ਖੇਡਣ ਦੀ ਕੋਸ਼ਿਸ਼ ਕੀਤੀ ਹੈ। ਇਸ ਵੇਲੇ ਹਾਲਾਤ ਜਿਹੜੇ ਬਣੇ ਨੇ, ਕੁਝ ਕਿਸਾਨ ਮੂਵਮੈਂਟ ਨੂੰ ਲੈ ਕੇ ਤੇ ਕੁਝ ਇੱਕ ਹੋਰ ਕਾਰਨ ਕਰਕੇ, ਕਿ ਉਹਨਾਂ ਨੇ ਪੰਜਾਬ ਦੇ ਵਿੱਚ ਵੀ ਦਲਿਤ ਭਾਈਚਾਰੇ ਵਾਲੀ ਰਾਜਨੀਤੀ ਖੇਡਣ ਦੀ ਇੱਕ ਸਕੀਮ ਬਣਾਈ, ਜਿਹਦੇ ਤੋਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਲੱਗਿਆ ਕਿ ਸਾਡੀ ਜ਼ਮੀਨ ਨਾ ਖਿਸਕ ਜੇ। ਸੋ ਕਾਂਗਰਸ ਸਮੇਤ, ਅਕਾਲੀ ਦਲ ਸਮੇਤ, ਔਰ ਇੱਥੋਂ ਤੱਕ ਕਿ ਨਵੀਂ ਬਣੀ ਆਮ ਆਦਮੀ ਪਾਰਟੀ ਨੇ ਵੀ ਦਲਿਤ ਪੱਤਾ ਕਿਤੇ ਨਾ ਕਿਤੇ ਖੇਡਣ ਦੀ ਕੋਸ਼ਿਸ਼ ਕੀਤੀ। ਤੇ ਉਹ ਚੀਜ਼ ਜਿਹੜੀ ਆ ਪੰਜਾਬ 'ਚ ਪਹਿਲਾਂ ਕਦੀ ਇਦਾਂ ਦੀ ਨਹੀਂ ਸੀ ਹੁੰਦੀ। ਹਾਲਾਂਕਿ ਕਾਂਸ਼ੀ ਰਾਮ ਈਰਾਨੀ ਬਹੁਜਨ ਸਮਾਜ ਪਾਰਟੀ ਬਣਾ ਕੇ ਉਹਨਾਂ ਪਛੜੇ ਹੋਏ ਲੋਕਾਂ ਨੂੰ ਅੱਗੇ ਲਿਆਉਣ ਦਾ ਯਤਨ ਜ਼ਰੂਰ ਕੀਤਾ ਸੀਗਾ, ਪਰ ਨਫ਼ਰਤ ਦੀ ਦੀਵਾਰ ਕਿਸੇ ਤਰ੍ਹਾਂ ਵੀ ਖੜੀ ਨਹੀਂ ਸੀ ਹੋਈ। ਹੁਣ ਦੇ ਪ੍ਰਧਾਨ ਮੰਤਰੀ, ਜਿਨ੍ਹਾਂ ਨੂੰ ਟਾਈਮ ਮੈਗਜ਼ੀਨ ਕਹਿੰਦਾ ਹੈ ਕਿ ਡਿਵਾਈਡਰ ਇਨ ਚੀਫ, ਉਹਨਾਂ ਨੇ ਹਿੰਦੁਸਤਾਨ ਨੂੰ ਕਿੱਦਾਂ ਵੰਡਿਆ, ਤੇ ਉਹ ਜਿਹੜਾ ਬਚਿਆ ਹੋਇਆ ਸੂਬਾ ਨਿੱਕਾ ਜਿਹਾ ਪੰਜਾਬ ਹੈ ਇਹਨਾਂ ਚੀਜ਼ਾਂ ਤੋਂ, ਉਹਨੂੰ ਵੰਡਣ ਵਾਲੇ ਪਾਸੇ ਵੀ ਤਰਜੀਹੀ ਤੌਰ 'ਤੇ ਕੁਝ ਅਮਲੀ ਕਾਰਵਾਈਆਂ ਕਰਦੇ ਨਜ਼ਰ ਆ ਰਹੇ ਨੇ। ਅੱਗੇ ਚੱਲ ਕੇ ਆਪਾਂ ਗੱਲ ਕਰਾਂਗੇ ਕਿ ਕਿਹੜੀ ਕਿਹੜੀ ਕਾਰਵਾਈ ਲੱਗ ਰਹੀ ਆ। ਪਰ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜੀ ਸਿਆਸੀ ਸੋਚ ਹੈ, ਇਹ ਪੰਜਾਬ ਦੇ ਵਿੱਚ ਆਪਣੇ ਪੈਰ ਪਸਾਰ ਸਕੇਗੀ? ਇਹ ਜਿਹੜੀ ਕੋਸ਼ਿਸ਼ ਆ ਜੀ, ਇਹ ਜਿਹੜੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਆ, ਇਹ ਪਤਾ ਕਾਂਗਰਸ ਵੀ ਖੇਡਦੀ ਆ, ਅਕਾਲੀ ਵੀ ਇਹਦੇ ਤੋਂ ਅਣਭਿੱਜ ਨਹੀਂ ਹੈਗੇ, ਆਮ ਆਦਮੀ ਪਾਰਟੀ ਵੀ ਜਿੱਦਾਂ ਤੁਸੀਂ ਦੱਸਿਆ ਵੀ ਇਹਦੇ ਵਿੱਚ ਸ਼ਾਮਲ ਆ। ਅਸਲ ਦੇ ਵਿੱਚ ਇਹ ਹੈਗੀ ਆ ਵੋਟ ਰਾਜਨੀਤੀ। ਜਿਹੜੀ ਵੋਟ ਰਾਜਨੀਤੀ ਆ, ਉਹ ਧਰਮ ਨੂੰ, ਜਾਤ ਨੂੰ, ਜਿਹੜਾ ਸਮਾਜਿਕ ਦਰਜਾ ਹੈਗਾ ਉਹਨੂੰ ਵਰਤਣ ਦਾ ਯਤਨ ਕਰਦੀ ਆ। ਔਰ ਅੱਜ ਵੀ ਭਾਵੇਂ ਜਿਹੜੀਆਂ ਪਾਰਟੀਆਂ ਨੇ ਉਹ ਆਪਣੇ ਆਪ ਨੂੰ ਸੈਕੂਲਰ ਕਹਿਣ ਜਾਂ ਡੈਮੋਕ੍ਰੇਟਿਕ ਕਹਿਣ, ਪਰ ਫਿਰ ਵੀ ਜਦੋਂ ਉਮੀਦਵਾਰ ਦੀ ਚੋਣ, ਹੁਣ ਤਾਂ ਅੱਜ ਦੀ ਤਰੀਕ ਦੀ ਨਹੀਂ ਮੈਂ ਗੱਲ ਕਰਦਾ, ਅੱਜ ਤਾਂ ਉਹ ਜਿਹੜਾ ਇੱਕ ਲਿਆਂਦਾ ਉਹਨਾਂ ਨੇ, ਕਾਂਗਰਸ ਨੇ, ਇੱਕ ਪ੍ਰਸ਼ਾਂਤ ਕਿਸ਼ੋਰ, ਪਤਾ ਨਹੀਂ ਉਹ ਅਜੇ ਹੈਗਾ ਕਿ ਚਲ ਗਿਆ, ਉਹਦੇ ਹਿਸਾਬ ਨਾਲ ਵੀ ਯਾਨੀ ਕੈਂਡੀਡੇਟਾਂ ਦੀ ਚੋਣ ਹੋਣ ਲੱਗ ਪਈ ਆ। ਪਰ ਆਮ ਤੌਰ ਤੇ ਕੈਂਡੀਡੇਟ ਦੀ ਚੋਣ ਇਸ ਤਰ੍ਹਾਂ ਹੁੰਦੀ ਸੀਗੀ ਕਿ ਬਈ ਜਿਹੜੀ ਬਰਾਦਰੀ ਦੀ ਗਿਣਤੀ ਵੱਧ ਆ ਕਿਸੇ ਹਲਕੇ ਦੇ ਵਿੱਚ, ਉਸ ਬਰਾਦਰੀ ਦਾ ਕੈਂਡੀਡੇਟ ਖੜਾ ਕੀਤਾ ਜਾਵੇ। ਭਾਵੇਂ ਤੁਹਾਨੂੰ
ਗਿੱਲ ਸਾਹਿਬ ਇੱਕ ਲਤੀਫੇ ਵਰਗੀ ਗੱਲ ਲੱਗੇ ਕਿ ਸੀਪੀਆਈ ਨੇ ਮਾਸਟਰ ਮਹਿਤਾਬ ਸਿੰਘ ਨੂੰ ਚੋਣ ਲੜਾਈ ਸੀਗੀ, ਸ਼ਾਇਦ ਗੁਰੂ ਹਰ ਸਹਾਏ ਜਾਂ ਜਲਾਲਾਬਾਦ ਹਲਕਾ ਸੀਗਾ, ਉੱਥੇ ਰਾਜ ਸਿੱਖਾਂ ਦੀ ਗਿਣਤੀ ਬਹੁਤ ਆ, ਤੇ ਉਹ ਕਹਿੰਦੇ ਵੀ ਕੋਈ ਜਿਹੜਾ ਮਹਿਤਾਬ ਸਿੰਘ ਦਾ ਸਪੋਰਟਰ ਸੀਗਾ, ਭਾਵੇਂ ਕਿ ਮਹਿਤਾਬ ਸਿੰਘ ਸੀਪੀਆਈ ਦਾ ਕੈਂਡੀਡੇਟ ਸੀਗਾ, ਉਹ ਅਪੀਲ ਕਰਦਾ ਸੀਗਾ ਵੀ ਜੇ ਤੇ ਰਾਹ ਮਾਂ ਦੇ ਬੱਚੇ ਹੋ, ਯਾਨੀ ਰਾਜ ਸਿੱਖ ਮਾਂ ਦੇ ਜੇ ਬੱਚੇ ਹੋ ਨਾ, ਤੇ ਫਿਰ ਵੋਟ ਤੁਸੀਂ ਮਹਿਤਾਬ ਸਿੰਘ ਨੂੰ ਪਾਇਓ, ਮਤਾਬੇ ਨੂੰ ਪਾਇਓ, ਤੇ ਜੇ ਨਹੀਂ ਹੈਗੇ ਆਪਣੀ ਮਾਂ ਦੇ, ਮੇਰਾ ਮਤਲਬ ਕਹਿਣ ਦਾ ਇਹ ਆ ਕਿ ਜਿਹੜੀਆਂ ਸੈਕੂਲਰ ਪਾਰਟੀਆਂ ਵੀ ਆ, ਉਹ ਵੀ ਇਸ ਕਿਸਮ ਦੀਆਂ ਜਿਹੜੀਆਂ ਉਹ ਵਰਤੋਂ ਕਰਨ ਦੀ ਕੋਸ਼ਿਸ਼ ਕਰਦੀਆਂ ਰਹੀਆਂ। ਔਰ ਇਹ ਜਦੋਂ ਧਰਮ ਦੇ ਨਾਂ ਤੇ ਸਾਰਾ ਕੁਝ ਹੁੰਦਾ ਆ, ਹੁਣ ਤੱਕ ਤਾਂ ਬਿਲਕੁਲ ਇਹ ਠੀਕ ਆ, ਸਹੀ ਆ ਕਿ ਪੰਜਾਬ ਦੇ ਲੋਕ ਜਿਹੜੇ ਆ ਉਹ ਸਿੱਖ ਫਲਸਫੇ ਨੂੰ, ਸਿੱਖ ਦਰਸ਼ਨ ਨੂੰ ਸਮਝਦੇ ਹੋਏ ਉਹਦੇ ਅਸਰ ਹੇਠ ਵੰਡੇ ਨਹੀਂ ਗਏ। ਪਰ ਜੇ ਲਗਾਤਾਰ ਕੋਸ਼ਿਸ਼ ਹੁੰਦੀ ਰਹੇ ਤਾਂ ਫਿਰ ਮੇਰਾ ਖਿਆਲ ਆ ਵੀ ਮਾਹੌਲ ਜਿਹੜਾ ਉਹ ਖਰਾਬ ਵੀ ਹੋ ਸਕਦਾ ਆ, ਕਿਉਂਕਿ ਲੋਕਾਂ ਨੂੰ ਵੰਡਣ ਵਾਸਤੇ ਜੋੜਨ ਲਈ ਤਾਂ ਬੜੀ ਦੇਰ ਲੱਗਦੀ ਆ, ਪਰ ਵੰਡਣ ਵਾਸਤੇ ਇੱਕ ਚੰਗਿਆੜੀ ਜਿਹੜੀ ਆ ਉਹ ਧਰਮ ਦੇ ਨਾਂ ਤੇ ਸੁੱਟ ਦੇਣੀ। ਤੁਹਾਨੂੰ ਪਤਾ ਰਵਾਇਤੀ ਤੌਰ ਦੇ ਉੱਤੇ ਜਦੋਂ ਹਿੰਦੂਆਂ ਮੁਸਲਮਾਨਾਂ ਦੀ ਗੱਲ ਹੁੰਦੀ ਸੀਗੀ ਤੇ ਗਊ ਦੀ ਪੂਛ ਜਾਂ ਸੂਰ ਦਾ ਮਾਸ ਤੇ ਸਿੱਖ ਧਰਮ ਨਾਲ ਸੰਬੰਧਿਤ ਜਿਹੜਾ ਤੰਬਾਕੂ ਹੈਗਾ ਉਹਦੀ ਵਰਤੋਂ ਕਰਕੇ ਜਿਹੜੇ ਜਜ਼ਬੇ ਆ ਉਹ ਭੜਕਾਏ ਜਾਂਦੇ ਰਹੇ ਆ। ਉਂਝ ਇਹ ਖੇਡ ਜਿਹੜੀ ਆ ਧਰਮ ਦੇ ਨਾਂ ਦੇ ਉੱਤੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰਨੀ, ਇਹ ਖਤਰਨਾਕ ਬਹੁਤ ਆ, ਕਿਉਂਕਿ ਧਰਮ ਦੇ ਜਿਹੜਾ ਤਾਂ ਅਸਲੀ ਧਰਮ ਆ, ਜਿੱਦਾਂ ਜਿਹਨੂੰ ਤੁਸੀਂ ਜੀਵਨ ਜਾਚ ਕਹਿੰਦੇ ਆ, ਉਹ ਤਾਂ ਲੋਕ ਨਹੀਂ ਅਪਣਾਉਂਦੇ, ਉਹਦੇ ਵੱਲ ਨੂੰ ਘੱਟ ਦੇਖਦੇ ਆ। ਪਰੰਤੂ ਜਦੋਂ ਧਰਮ ਦੇ ਨਾਂ ਤੇ ਵੰਡਣ ਦੀ ਗੱਲ ਹੁੰਦੀ ਆ ਤਾਂ ਫਿਰ ਜ਼ਰੂਰ ਖਤਰੇ ਜਿਹੜੇ ਆ ਉਹ ਖੜੇ ਹੋ ਜਾਂਦੇ ਆ। ਔਰ ਜੇ ਪੰਜਾਬ 'ਚ ਵੀ ਇਦਾਂ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਸੰਭਾਵਨਾਵਾਂ ਹੋ ਸਕਦੀਆਂ ਭਈ ਇਹ ਦੋ ਤਰ੍ਹਾਂ ਨੂੰ, ਯਾਨੀ ਲੋਕਾਂ ਨੂੰ ਦੋ ਧੜਿਆਂ ਵਿੱਚ ਧਰਮ ਦੇ ਆਧਾਰ ਤੇ ਵੰਡ ਕੇ ਪੰਜਾਬ ਦਾ ਬਹੁਤ ਨੁਕਸਾਨ ਹੋ ਸਕਦਾ। ਪ੍ਰੋਫੈਸਰ ਸਾਹਿਬ, ਤੁਸੀਂ ਰਾਏ ਸਿੱਖ ਬਰਾਦਰੀ ਦੀ ਗੱਲ ਕੀਤੀ ਆ। ਕਿਹਾ ਜਾਂਦਾ ਹੈ ਕਿ 3 ਹਲਕੇ ਨੇ ਪੰਜਾਬ ਦੇ ਵਿੱਚ, ਜਲਾਲਾਬਾਦ, ਗੁਰੂ ਹਰਸਾਏ ਦੇ ਕੋਰ ਹਲਕਾ, ਫਿਰੋਜ਼ਪੁਰ ਡਿਸਟ੍ਰਿਕਟ ਦੇ ਹਲਕੇ ਨੇ, ਉਹਨਾਂ ਦੇ ਵਿੱਚ 50% ਤੋਂ ਵੱਧ ਵਸੋਂ ਵੀ ਜਿਹੜੀ ਆ ਉਹ ਰਾਏ ਸਿੱਖਾਂ ਦੀ ਆ, ਤੇ ਕੋਈ 200 ਤੋਂ ਵੱਧ ਪਿੰਡ ਇਕੱਲੇ ਫਿਰੋਜ਼ਪੁਰ ਜ਼ਿਲ੍ਹੇ 'ਚ ਰਾਏ ਸਿੱਖਾਂ ਦੇ ਨੇ, ਤੇ 60 ਕੁ ਪਿੰਡ ਜਿਹੜੇ ਆ ਉਹ ਕਪੂਰਥਲਾ ਜ਼ਿਲ੍ਹੇ 'ਚ ਨੇ, ਤੇ 50 ਦੇ ਕਰੀਬ ਪਿੰਡ ਜਿਹੜੇ ਆ ਉਹ ਜਲੰਧਰ ਜ਼ਿਲ੍ਹੇ 'ਚ ਨੇ। ਮਤਲਬ ਦੁਆਬੇ 'ਚ ਵੀ ਇਹਨਾਂ ਦੀ ਪਛਾਣ ਹੈ। ਪਰ ਜਿਸ ਤਰੀਕੇ ਨਾਲ ਪੰਜਾਬ ਦਾ ਵੋਟਰ ਵੋਟ ਕਰਦਾ ਆਇਆ, ਹਾਲਾਂਕਿ ਉੱਥੇ ਮੈਨੂੰ ਯਾਦ ਆ ਕਿ ਜਿਹੜੇ ਹੁਣ ਉੱਥੇ ਇੱਕ ਯੰਗ ਮੁੰਡਾ ਬਣਿਆ ਵਾ MLA, ਉਹ ਵੀ ਰਾਏ ਸਿੱਖਾਂ 'ਚੋਂ ਆਉਂਦਾ, ਉਹਦੇ ਫਾਦਰ ਵੀ MP ਰਹੇ ਨੇ। ਇਹ ਗਿਣਤੀਆਂ ਮਿਣਤੀਆਂ ਤੇ ਹਮੇਸ਼ਾ ਰਹੀਆਂ ਨੇ। ਪਰ ਮੇਰਾ ਮਤਲਬ ਸਿਰਫ ਕਹਿਣ ਦਾ ਇਹ ਸੀ ਕਿ ਉਹ ਜਿਹੜੀ ਡਿਵੀਜ਼ਨ ਹੈ ਸੁਸਾਇਟੀ 'ਚ, ਉਹ ਕਦੇ ਵੀ ਉਨੀ ਡੀਪ ਰੂਟਡ ਨਹੀਂ ਆ ਜਿੰਨੀ ਬਾਕੀ ਕਈ ਜਗ੍ਹਾ ਤੇ ਆ। ਜਿਸ ਤਰੀਕੇ ਨਾਲ ਪੋਲੀਟੀਕਲ ਪਾਰਟੀਆਂ ਯੂਜ਼ ਕਰਦੀਆਂ ਨੇ ਤੇ ਨਾਲ ਦੀ ਨਾਲ ਨਫ਼ਰਤ ਦਾ ਸੰਚਾਰ ਕਰ ਦਿੰਦੀਆਂ ਨੇ। ਸਾਡੇ ਪੰਜਾਬ ਦੇ ਵਿੱਚ ਇੱਕ ਪ੍ਰਥਾ ਜ਼ਰੂਰ ਹੈ ਕਿ ਉਹਨਾਂ ਨੇ ਯੂਜ਼ ਕੀਤਾ, ਲੋਕੀ ਉਹ ਇਸਤੇਮਾਲ ਹੋ ਗਏ, ਪਰ ਵੋਟ ਪਾਈ ਤੇ ਮੁੜ ਕੇ ਗੱਲ ਖਤਮ ਹੋ ਗਈ। ਉਹਨੂੰ ਉਹਨਾਂ ਨੇ ਧਿਰ ਬਣ ਕੇ ਜਾਤਾਂ ਵਿੱਚ ਕਦੀ ਵੰਡ ਕੇ ਕੰਮ ਨਹੀਂ ਕੀਤਾ। ਪਰ ਹੁਣ ਜਿਵੇਂ ਕਿ ਮੈਂ ਪਹਿਲਾਂ ਜ਼ਿਕਰ ਕੀਤਾ ਕਿ RSS ਦੀ ਫਿਲਾਸਫੀ ਦੇ ਅਨੁਸਾਰ ਕਈ, ਕਿਉਂਕਿ ਉਹਨਾਂ ਦਾ ਹੁਣ ਪੰਜਾਬ ਦੇ ਵਿੱਚ ਅਕਾਲੀਆਂ ਨਾਲ ਗੱਠਜੋੜ ਕਰਕੇ ਥੋੜ੍ਹੀ ਬਹੁਤੀ ਹੋਂਦ ਸੀਗੀ, ਉਹਨਾਂ ਦੀ ਲੀਡਰਸ਼ਿਪ ਨੂੰ ਵੀ ਲੱਗਦਾ ਆ ਕਿ ਪੰਜਾਬ ਦੇ ਵਿੱਚ ਉਹਨਾਂ ਨੂੰ ਜ਼ਮੀਨ ਲੱਭਣੀ ਬੜੀ ਔਖੀ ਆ, ਤੇ ਇਸ ਵਾਰ ਉਹਨਾਂ ਨੇ ਸਭ ਤੋਂ ਪਹਿਲਾਂ ਦਲਿਤ ਵੋਟ ਵੱਲ ਆਪਣਾ ਇਸ਼ਾਰਾ ਕੀਤਾ। ਔਰ ਜਿਸ ਤਰ੍ਹਾਂ ਖੁਫੀਆ ਢੰਗ ਨਾਲ RSS ਕੰਮ ਕਰਦੀ ਆ, ਕਿਸੇ ਖੁਫੀਆ ਏਜੰਸੀ ਦੀ ਤਰ੍ਹਾਂ, ਕਿ ਉਹ ਬਾਹਰ ਭਾਪ ਵੀ ਨਿਕਲ ਨਹੀਂ ਦਿੰਦੇ ਔਰ ਲੰਬਾ ਸਮਾਂ ਆਪਣਾ ਕੰਮ ਚੁੱਪ ਚਪੀਤੇ ਕਰਦੇ ਜਾਂਦੇ ਆ, ਤੇ ਈਵਨ ਦੋ ਕਿ ਬਾਕੀ ਪੋਲੀਟੀਕਲ ਦਲਾਂ ਨੂੰ ਵੀ ਉਹ ਪਤਾ ਨਹੀਂ ਲੱਗਣ ਦਿੰਦੇ। ਸੋ ਹੁਣ ਜਿਸ ਤਰੀਕੇ ਨਾਲ ਉਹਨਾਂ ਨੇ ਸੇਂਧ ਲਾਉਣ ਦੀ ਕੋਸ਼ਿਸ਼ ਕੀਤੀ ਦਲਿਤ ਵੋਟ ਦੇ ਵਿੱਚ, ਜਿਹੜਾ ਕਦੀ ਨਾ ਕਦੀ ਵੋਟ ਬੈਂਕ ਪੱਕੇ ਤੌਰ ਤੇ ਕਾਂਗਰਸ ਦਾ ਰਿਹਾ ਆ, ਹਾਲੇ ਕਮਿਊਨਿਸਟ ਵੀ ਉਸ ਵੋਟ ਬੈਂਕ ਨੂੰ ਕਦੀ ਆਪਣੇ ਨਾਲ ਨਹੀਂ ਸੀ ਜੋੜ ਸਕੇ,
ਪਰ ਜਿਹੜੀ ਬੀਜੇਪੀ ਪਾਰਟੀ ਲੀਡ ਕਰਦੀ ਆ ਆਰਐਸਐਸ ਨੂੰ, ਜਿਨ੍ਹਾਂ ਦੀ ਸਿੱਖਿਆ ਪਾੜੋ ਤੇ ਰਾਜ ਕਰੋ ਹੀ ਨਹੀਂ ਇਕੱਲਾ, ਅੱਗੇ ਜਿਹੜੀ ਵਰਨ ਵੰਡ ਵਾਲੀ ਉਹਨਾਂ ਦੀ ਫਿਲਾਸਫੀ ਆ, ਉਹਦੇ ਵਿੱਚ ਦਲਿਤ ਭਾਈਚਾਰੇ ਨੂੰ ਮੇਰੇ ਖਿਆਲ 'ਚ ਸਭ ਤੋਂ ਜ਼ਿਆਦਾ ਬੁਰੇ ਤਰੀਕੇ ਨਾਲ ਉਹਨਾਂ ਨਾਲ ਵਰਤਾਅ ਕੀਤਾ ਜਾਂਦਾ ਰਿਹਾ। ਹਾਂ, ਧਰਮਾਂ ਨਾਲ ਵੀ ਕਰਦੇ ਨੇ, ਮੁਸਲਮਾਨਾਂ ਨਾਲ ਨਫ਼ਰਤ ਕਰਨ ਦਾ ਉਹਨਾਂ ਦਾ ਏਜੰਡਾ ਨੰਬਰ ਇਸ ਵੇਲੇ 1 ਹੈ, ਪਰ ਸਦੀਆਂ ਤੋਂ ਦਲਿਤ ਜਿਹੜੇ ਆ ਉਹ ਲਤਾੜੇ ਗਏ ਨੇ ਭਾਰਤ ਵਿੱਚ। ਉਹ ਸਿਰਫ ਉਸ ਮਨੂਵਾਦੀ ਸੋਚ ਕਰਕੇ ਹੀ ਲਤਾੜੇ ਗਏ ਨੇ, ਤੇ ਅੱਜ ਉਹੀ ਪਾਰਟੀ ਉਹਨਾਂ ਦਾ ਮਸੀਹਾ ਬਣਨ ਦਾ ਯਤਨ ਕਰੇ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਉਸ ਪਾਰਟੀ ਨੂੰ ਵੈਲਕਮ ਕਰਨਗੇ, ਜਾਂ ਘੱਟੋ ਘੱਟ ਜਿਹੜਾ ਇਹ ਦਲਿਤ ਭਾਈਚਾਰਾ 32-34% ਜਿਹਦੇ ਤੇ ਉਹਨਾਂ ਦੀ ਕਾਂ ਅੱਖ ਹੈ, ਉਹ ਉਹਨਾਂ ਦੀ ਝੋਲੀ ਪੈ ਸਕਦਾ ਹੈ ਕਿਸੇ ਤਰ੍ਹਾਂ? ਪਹਿਲੀ ਗੱਲ ਤਾਂ ਗਿੱਲ ਸਾਹਿਬ, ਅਸੀਂ ਇਸ ਗੱਲ ਤੇ ਥੋੜਾ ਜਿਹਾ ਵਿਚਾਰ ਕਰਾਂਗੇ ਕਿ ਉਹਨਾਂ ਨੂੰ ਇਹ ਪੱਤਾ ਖੇਡਣ ਦੀ ਲੋੜ ਕਿਉਂ ਪਈ ਆ। ਜੀ ਬਿਲਕੁਲ। ਇਹ ਪੱਤਾ ਖੇਡਣ ਦੀ ਇਸ ਕਰਕੇ ਲੋੜ ਪਈ ਆ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਹੜੀ ਬੀਜੇਪੀ ਪਾਰਟੀ ਆ ਇਹ ਸ਼ਾਤਰ ਵੀ ਆ, ਤੇਜ਼ ਵੀ ਆ, ਔਰ ਇਹਨੂੰ ਆਰਐਸਐਸ ਤੋਂ ਜਿਹੜੀ ਅਗਵਾਈ ਵੀ ਮਿਲਦੀ ਆ। ਸਿਧਾਂਤਕ ਗੁਰੂ ਇਹਦਾ ਜਿਹੜਾ ਆਰਐਸਐਸ ਆ। ਪਹਿਲਾਂ ਵੀ ਜਿਹੜਾ ਪੰਜਾਬ ਦੇ ਵਿੱਚ ਅਕਾਲੀਆਂ ਦੇ ਤੇ ਬੀਜੇਪੀ ਦੀ ਏਕਤਾ ਹੋਈ ਸੀਗੀ ਨਾ, ਉਹਦੇ ਵਿੱਚ ਬੀਜੇਪੀ ਨੂੰ ਭਲੀ ਭਾਂਤ ਪਤਾ ਸੀਗਾ, ਔਰ ਇਹ ਫੈਕਟ ਵੀ ਆ ਕਿ ਪੰਜਾਬ ਦੇ ਵਿੱਚ ਬੀਜੇਪੀ ਨਾਲ ਰਲ ਕੇ ਅਕਾਲੀਆਂ ਨੂੰ ਕਿਤੇ ਕੋਈ ਥੋੜਾ ਬਹੁਤਾ ਫਾਇਦਾ ਸ਼ਹਿਰੀ ਵੋਟਾਂ ਦਾ ਹੋ ਗਿਆ ਹੋਵੇ ਤਾਂ ਕਹਿ ਨਹੀਂ ਸਕਦੇ, ਪਰੰਤੂ ਬਹੁਤਾ ਫਾਇਦਾ ਜਿਹੜਾ ਹੈਗਾ ਉਹ ਉਸ ਗੱਠਜੋੜ ਦਾ ਬੀਜੇਪੀ ਨੂੰ ਹੋਇਆ। ਇੱਕ ਸਮੇਂ ਉਹਨਾਂ ਦੀਆਂ 23 ਤੱਕ ਵੀ ਸੀਟਾਂ ਜਿਹੜੀਆਂ ਉਹਨਾਂ ਨੇ ਲੜੀਆਂ, ਔਰ ਹੁਣ ਪੋਜੀਸ਼ਨ ਇਹ ਆ ਕਿ ਹੁਣ ਪੰਜਾਬ ਦੇ ਵਿੱਚ ਬੀਜੇਪੀ ਨੂੰ ਪਤਾ ਆ ਵੀ ਹੁਣ ਅਕਾਲੀ ਸਾਡੇ ਨਾਲ ਹੈ ਨਹੀਂ ਗੇ, ਕੋਈ ਇਧਰੋਂ ਸਾਨੂੰ ਸਪੋਰਟ ਨਹੀਂ ਮਿਲਣ ਦੀ ਸੰਭਾਵਨਾ, ਤੇ ਨਾਲ ਦੀ ਨਾਲ ਬੀਜੇਪੀ ਦਾ ਆਧਾਰ ਪਹਿਲਾਂ ਵੀ ਕਿਉਂਕਿ ਸ਼ਹਿਰੀ ਖੇਤਰਾਂ 'ਚ ਜਾਂ ਪਿੰਡਾਂ 'ਚ ਹੈ ਨਹੀਂ, ਔਰ ਹੁਣ ਇਸ ਵੇਲੇ ਕਿਉਂਕਿ ਪੰਜਾਬ ਜਿਹੜਾ ਆ ਉਹ ਮੈਜੋਰਟੀ ਕਿਸਾਨੀ ਵਾਲਾ ਜਿਹੜਾ ਖੇਤਰ ਹੈਗਾ, ਤੇ ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ ਉਹ ਉਹਨਾਂ ਬਿੱਲਾਂ ਦੇ ਖਿਲਾਫ ਚੱਲ ਰਿਹਾ ਜਿਹੜੇ ਬੀਜੇਪੀ ਦੀ ਗਵਰਨਮੈਂਟ ਨੇ ਪਾਸ ਕੀਤੇ ਆ। ਸੋ ਹੁਣ ਬੀਜੇਪੀ ਜਿਹੜੀ ਆ ਲੋਐਸਟ ਐਬ ਤੇ ਆ, ਮਤਲਬ ਕਿ ਬਿਲਕੁਲ ਹਾਸ਼ੀਏ ਤੇ ਆ, ਤੇ ਉਹਨਾਂ ਨੂੰ ਇਹ ਪਤਾ ਆ ਕਿ ਸਾਨੂੰ ਅਕਾਲੀਆਂ ਵੀ ਇੰਨੇ ਵੀ ਸਪੋਰਟ ਨਹੀਂ ਕਰਨਾ, ਸਾਡਾ ਆਪਣਾ ਵੀ ਕੋਈ ਆਧਾਰ ਹੈ ਨਹੀਂ, ਤੇ ਹੁਣ ਕਿਉਂ ਨਾ ਆਪਾਂ ਦਲਿਤ ਪੱਤਾ ਜਿਹੜਾ ਉਹ ਖੇਡੀਏ ਤੇ ਦਲਿਤਾਂ ਦੀ ਵੋਟ ਜਿਹੜੀ ਆ ਉਹਨੂੰ ਹਥਿਆਉਣ ਦਾ ਯਤਨ ਕਰੀਏ। ਪਰ ਮੈਨੂੰ ਗਿੱਲ ਸਾਹਿਬ ਲੱਗਦਾ ਆ ਕਿ ਜਿਹੜੀ 30 ਤੋਂ 35% ਵੋਟ ਪੰਜਾਬ ਦੇ ਵਿੱਚ ਦਲਿਤ ਹੈਗੀ ਆ, ਉਹ ਬੱਝਵੀਂ ਕਦੀ ਵੀ ਕਿਸੇ ਪਾਰਟੀ ਨੂੰ ਨਹੀਂ ਪੈਂਦੀ ਤੇ ਨਾ ਹੀ ਪੈ ਸਕਦੀ ਆ। ਉਹ ਮੁੱਖ ਤੌਰ ਤੇ ਪਹਿਲਾਂ ਰਹੀ ਹੈਗੀ ਆ ਕਾਂਗਰਸ ਦੀ, ਜਿਹੜੀ ਕਾਂਗਰਸ ਦਾ ਵੋਟ ਬੈਂਕ ਰਿਹਾ। ਜਦੋਂ ਬੀਐਸਪੀ ਆਈ ਆ ਫਿਰ ਕਾਫੀ ਹੱਦ ਤੱਕ ਉਹ ਬੀਐਸਪੀ ਵੱਲ ਨੂੰ ਟਿਲਟ ਹੋਏ ਆ, ਔਰ 1992 ਦੇ ਵਿੱਚ ਉਹਨਾਂ ਦੇ 8-9 MLA ਵੀ ਬਣ ਗਏ ਸੀਗੇ, ਤੇ ਉਸ ਤੋਂ ਪਹਿਲਾਂ ਵੀ ਜਦੋਂ ਉਹਨਾਂ ਨੇ ਸ਼ੁਰੂਆਤ ਕੀਤੀ ਆ ਤਾਂ ਕਾਂਗਰਸ ਦੀਆਂ ਕਾਫੀ ਸਾਰੀਆਂ ਸੀਟਾਂ ਉਹਨਾਂ ਨੇ ਹਰਾ ਦਿੱਤੀਆਂ ਸੀਗੀਆਂ। ਸੋ ਇਹ ਦਲਿਤ ਵੋਟ ਜਿਹੜੀ ਆ ਉਹਦੇ ਉੱਤੇ ਟੇਕ ਰੱਖਣ ਦਾ ਹੱਕ ਹੈਗਾ ਹਰ ਪਾਰਟੀ ਨੂੰ, ਰੱਖੇ ਜ਼ਰੂਰ, ਪਰ ਬੀਜੇਪੀ ਜਿਹੜੀ ਆ ਉਹਦੇ ਵੱਲ ਇਹ ਸਾਰੀ ਦੀ ਸਾਰੀ ਛੱਡ ਕੇ ਮੈਜੋਰਟੀ ਵੀ ਇਧਰ ਨੂੰ ਆਉਣ ਦੀ ਸੰਭਾਵਨਾ ਨਹੀਂ ਹੈ। ਪ੍ਰੋਫੈਸਰ ਸਾਹਿਬ, ਵੈਸੇ ਜੇ ਮੈਂ ਗੱਲ ਕਰਾਂ ਤੇ ਜਿਹੜਾ ਦਲਿਤ ਭਾਈਚਾਰਾ, ਵੈਸੇ ਮੈਂ ਪਹਿਲਾਂ ਜਿੱਥੋਂ ਸਿੱਖ ਫਿਲਾਸਫੀ ਤੋਂ ਗੱਲ ਸ਼ੁਰੂ ਕੀਤੀ ਹੈ, ਦਲਿਤ ਸ਼ਬਦ ਵਰਤਣਾ ਵੀ ਸਿੱਖ ਦਰਸ਼ਨ ਦੇ ਅਨੁਕੂਲ ਨਹੀਂ ਆ। ਈਵਨ ਕੋਈ ਵੱਖਰਾ ਭਾਈਚਾਰਾ ਕਹਿਣਾ ਵੀ ਅਨੁਕੂਲ ਨਹੀਂ ਆ। ਹੁਣ ਇੱਕ ਸ਼ਬਦਾਵਲੀ ਬਣੀ ਹੋਈ ਆ, ਇਸ ਕਰਕੇ ਸਾਨੂੰ ਉਹ ਇਸਤੇਮਾਲ ਕਰਨੀ ਪੈਂਦੀ ਆ ਵੀ ਦਲਿਤ ਭਾਈਚਾਰਾ ਜਿਹੜਾ ਆ ਉਹ ਕਾਫੀ ਚੇਤਨ ਹੋ ਗਿਆ ਇਹਨਾਂ ਚੀਜ਼ਾਂ ਤੋਂ, ਜਿਵੇਂ ਕਿ ਮਜ਼ਦੂਰ ਵਰਗ ਤੇ ਕਿਸਾਨ ਵਰਗ ਨੂੰ ਹੁਣ ਜਾਗ ਆਈ ਆ ਕੇ ਕਿ ਸਾਨੂੰ ਕਿਸ ਤਰ੍ਹਾਂ ਇਹ ਪਾਰਟੀਆਂ ਜਿਹੜੀਆਂ ਨੇ ਇਹ ਆਪਣੇ ਮਤਲਬ ਲਈ ਇਸਤੇਮਾਲ ਕਰਦੀਆਂ ਨੇ, ਸਿਰਫ ਵੋਟਾਂ ਦੀ ਰਾਜਨੀਤੀ ਖੇਡ ਕੇ ਮੁੜ ਕੇ ਸਾਡੀ ਸਾਰ ਨਹੀਂ ਲੈਂਦੀਆਂ। ਤੇ ਇਹੋ ਕੁਝ ਹੀ ਦਲਿਤ ਭਾਈਚਾਰਾ ਜਿਹੜਾ ਮੈਂ ਕਹਿ ਰਿਹਾ ਉਹਦੇ ਨਾਲ ਹੁੰਦਾ ਆਇਆ। ਪਰ ਹੁਣ ਕਾਫੀ ਚੇਤਨਤਾ ਉਸ ਭਾਈਚਾਰੇ 'ਚ ਵੀ ਆਈ ਕਿ ਜੇ ਇੱਕਾ ਦੁੱਕਾ ਵਿਅਕਤੀ ਕਰੀਮੀ ਲੇਅਰ 'ਚੋਂ ਕੱਢ ਕੇ ਸਾਡੇ ਵਿੱਚੋਂ
ਮੰਤਰੀ ਪਦ ਤੇ ਬਿਠਾ ਦੋਗੇ। ਹੁਣ ਕੀ ਕੋਈ ਚਰਨਜੀਤ ਚੰਨੀ ਹਰਾਂ ਨੂੰ ਜਾਂ ਦੂਲੋ ਹਰਾਂ ਨੂੰ ਦਲਿਤ ਕਹਿ ਸਕਦਾ ਆ, ਜਿਨ੍ਹਾਂ ਲੋਕਾਂ ਨੇ ਲੰਬੇ ਸਮੇਂ ਤੋਂ ਰਾਜ ਭਾਗ ਦੇ ਵਿੱਚ ਆਪਣੇ ਹਿੱਸੇ ਵੰਡਾਏ, ਆਪਣੀਆਂ ਜਾਇਦਾਦਾਂ ਬਣਾਈਆਂ, ਤੇ ਉਹ ਆਪਣੇ ਆਪ ਨੂੰ ਦਲਿਤਾਂ ਦੇ ਆਗੂ ਕਹਿਣ? ਮਾਇਆਵਤੀ ਕੀ ਕਿਸੇ ਪਾਸਿਓਂ ਦਲਿਤ ਆਗੂ ਕਹਾਉਣ ਦੀ ਹੱਕਦਾਰ ਹੈ? ਕਾਂਸ਼ੀ ਰਾਮ ਵਰਗੇ ਵਿਅਕਤੀ ਦੀ ਗੱਲ ਵੱਖਰੀ ਸੀ, ਜਿਹੜਾ ਗਰਾਊਂਡ ਲੈਵਲ ਤੇ ਦਲਿਤਾਂ ਲਈ ਸੰਘਰਸ਼ ਕਰਦਾ ਹੋਇਆ ਅਖੀਰ ਤੱਕ ਆਪਣੀ ਲੜਾਈ ਕਰਦਾ ਇਸ ਜਹਾਨ ਤੋਂ ਤੁਰ ਗਿਆ। ਪਰ ਜਿਹੜੇ ਦਲਿਤ ਭਾਈਚਾਰਾ ਆ ਉਹਦੇ ਵਿੱਚ ਜਿਹੜਾ ਚੇਤਨਾ ਦਾ ਯੁੱਗ ਹੈ ਹੁਣ ਪਸਾਰ ਹੋਇਆ ਆ, ਕਿ ਉਹਨੂੰ ਘੱਟੋ ਘੱਟ ਉਹ ਪਾਰਟੀ ਇਸਤੇਮਾਲ ਕਰਨ ਦੇ ਸੁਪਨੇ ਲਵੇ ਜਿਹੜੀ ਦਲਿਤਾਂ ਨੂੰ ਮਨੁੱਖ ਹੀ ਨਹੀਂ ਸਮਝਦੀ। ਪੈਰਾਂ 'ਚੋਂ ਨਿਕਲਿਆ ਹੋਇਆ ਵਿਅਕਤੀ ਸ਼ੂਦਰ ਕਹਿੰਦੀ ਆ, ਤੇ ਉਹਨੂੰ ਇਹ ਹੱਕ ਹੀ ਨਹੀਂ ਕਿ ਉਹਨਾਂ ਦੇ ਬਰਾਬਰ ਆ ਕੇ ਬੈਠ ਸਕੇ, ਉਹਨਾਂ ਦੇ ਮੰਦਰਾਂ ਗੁਰਦੁਆਰਿਆਂ ਜਾਂ ਜੋ ਵੀ ਉਹਨਾਂ ਦੇ ਧਾਰਮਿਕ ਸਥਾਨ ਨੇ ਉੱਥੇ ਉਹ ਅੰਦਰ ਜਾ ਕੇ ਦਰਸ਼ਨ ਕਰ ਸਕੇ, ਜਾਂ ਫਿਰ ਉਹ ਕੋਈ ਵੀ ਐਸਾ ਦਾਅਵਾ ਕਰ ਸਕੇ ਕਿ ਮੈਂ ਇਸ ਤਰ੍ਹਾਂ ਮਨੁੱਖ ਦੇ ਬਰਾਬਰ ਦਾ ਮਨੁੱਖ ਹੈ। ਆਪਾਂ ਇਤਿਹਾਸ 'ਚ ਬਹੁਤ ਕੁਝ ਪੜ੍ਹਿਆ ਸੁਣਿਆ ਆ ਕਿ ਉਹਨਾਂ ਨੂੰ ਪੜ੍ਹਨ ਦੀ ਮਨਾਹੀ, ਤੇ ਉਹਨਾਂ ਦੇ ਜੇ ਕੋਈ ਪੜ੍ਹਨ ਦੀ ਕੋਸ਼ਿਸ਼ ਕਰਦਾ ਸੀਗਾ ਤੇ ਉਹਦੀ ਜ਼ੁਬਾਨ ਕੱਟ ਦਿੱਤੀ ਜਾਂਦੀ ਸੀਗੀ, ਕੰਨਾਂ 'ਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀਗਾ। ਤੇ ਇਸੇ ਤਰ੍ਹਾਂ ਹੀ ਮਤਲਬ ਉਹਨਾਂ ਨੂੰ ਕੋਈ ਸ਼ਸਤਰ ਵਿਦਿਆ ਲੈਣ ਦਾ ਹੱਕ ਨਹੀਂ ਸੀਗੀ, ਉਹਨਾਂ ਕੋਲੋਂ ਤਾਂ ਸਿਰਫ ਮੈਲਾ ਢੋਣ ਦਾ ਕੰਮ ਕਰਾਇਆ ਜਾਂਦਾ ਸੀ, ਜਿਹੜਾ ਅਜੇ ਵੀ ਬੜੀ ਬੁਰੀ ਹਾਲਤ ਹੈ ਕਿ ਇਸ ਮਸ਼ੀਨੀ ਤੇ ਸਾਇੰਸ ਦੇ ਯੁੱਗ ਵਿੱਚ ਵੀ ਸੀਵਰ ਦੇ ਵਿੱਚ ਵੜ ਕੇ ਉਹ ਵਿਅਕਤੀ ਕੰਮ ਕਰਦੇ ਨੇ ਤੇ ਸਫਾਈਆਂ ਕਰਦੇ ਨੇ। ਸੋ ਉਹਨਾਂ ਲੋਕਾਂ ਨੂੰ ਮੇਰੇ ਖਿਆਲ 'ਚ ਕਿ ਇਸ ਚੇਤਨਤਾ ਦੇ ਯੁੱਗ ਵਿੱਚ ਇੰਨਾ ਸਹਿਜੇ ਹੀ ਵਰਤ ਲੈਣਾ ਕਿਸੇ ਪੋਲੀਟੀਕਲ ਪਾਰਟੀ ਦੇ ਵੱਸ ਦੇ ਵਿੱਚ ਸ਼ਾਇਦ ਨਾ ਹੋਵੇ। ਇਹ ਬਿਲਕੁਲ ਸਹੀ ਗੱਲ ਆ ਜੀ ਕਿ ਚੇਤਨਤਾ ਜਿਹੜੀ ਆ ਉਹ ਆਈ ਆ, ਪਰ ਜਿੰਨੀ ਚੇਤਨਤਾ ਨਾਲ ਕੋਈ ਤਬਦੀਲੀ ਕੋਈ ਭਾਈਚਾਰਾ ਲਿਆ ਸਕਦਾ ਆ, ਉਨੀ ਜਿਹੜੀ ਚੇਤਨਤਾ ਮੇਰੇ ਖਿਆਲ ਨਾਲ, ਮੇਰੀ ਨਿੱਜੀ ਰਾਏ ਹੋ ਸਕਦੀ ਆ, ਅਜੇ ਉਨੀ ਜ਼ਿਆਦਾ ਨਹੀਂ ਹੈ। ਕਿਉਂਕਿ ਇਹੀ ਭਾਈਚਾਰਾ ਜਿਹੜਾ ਹੈਗਾ ਆ, ਇਹ ਕਿਉਂਕਿ ਲੈਂਡਲੈਸ ਵੀ ਆ, ਇਹਨਾਂ ਕੋਲ ਕੋਈ ਪ੍ਰਾਪਰਟੀ ਵੀ ਨਹੀਂ ਹੈ, ਤੇ ਗਰੀਬਾਂ ਦੇ ਵਿੱਚ ਵੀ ਵੱਡੀ ਗਿਣਤੀ ਇਹਨਾਂ ਦੀ ਹੈਗੀ ਆ। ਔਰ 1992 ਦੀ ਜਿਹੜੀ ਸੀਗੀ ਬਾਈ ਇਲੈਕਸ਼ਨ ਗਿੱਦੜਬਾਹਾ ਦੀ, ਉੱਥੋਂ ਜਿਹੜਾ ਚਲਨ ਜਿਹੜਾ ਹੈਗਾ, ਇੱਕ ਵਰਤਾਰਾ ਜਿਹੜਾ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਆ ਗਿਆ ਸੀਗਾ, ਤੁਹਾਨੂੰ ਯਾਦ ਹੋਣਾ, ਵੋਟਾਂ ਖਰੀਦਣ ਦਾ। ਜਿਹੜੀ ਗਿੱਦੜਬਾਹਾ ਦੀ ਚੋਣ ਹੋਈ ਸੀ ਨਾ, ਵੋਟਾਂ ਦੀ ਖਰੀਦੋ ਫਰੋਖਤ ਉਸ ਵੇਲੇ ਤੋਂ ਸ਼ੁਰੂ ਹੋਈ ਆ, ਔਰ ਉਸ ਤੋਂ ਗਾਂ ਫਿਰ ਤੁਰਦੀ ਅਜੇ ਤੱਕ ਵੀ ਇਹ ਵਰਤਾਰਾ ਜਿਹੜਾ ਉਹ ਚੱਲਦਾ ਰਿਹਾ ਹੈਗਾ। 2017 ਦੀਆਂ ਜਿਹੜੀਆਂ ਸੀਗੀਆਂ ਆਪਣੀਆਂ ਅਸੈਂਬਲੀ ਦੀਆਂ ਇਲੈਕਸ਼ਨਾਂ, ਉਹਨਾਂ ਬਾਰੇ ਤਾਂ ਮੈਨੂੰ ਬਹੁਤਾ ਪਤਾ ਨਹੀਂ ਹੈ, ਪਰੰਤੂ ਜਿਹੜੀਆਂ 2017 ਦੀਆਂ ਮਿਊਨਿਸਪੈਲਿਟੀ ਦੀਆਂ ਚੋਣਾਂ ਹੋਈਆਂ ਸੀਗੀਆਂ, ਉਹਨਾਂ ਦੇ ਵਿੱਚ ਰਿਫਲੈਕਸ਼ਨ ਉਸੇ ਤਰ੍ਹਾਂ ਦੀ ਅਜੇ ਵੀ ਜਾਰੀ ਆ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਹੜੀ ਇਸ ਭਾਈਚਾਰੇ ਦੇ ਵਿੱਚ, ਜਿਹਨੂੰ ਤੁਸੀਂ ਸਾਨੂੰ ਦਲਿਤ ਕਹਿਣਾ ਪੈਂਦਾ ਆ, ਮਤਲਬ ਜਿੱਦਾਂ ਤੁਸੀਂ ਕਿਹਾ ਵੀ ਅਸੀਂ ਹੁਣ ਕੀ ਸ਼ਬਦ ਵਰਤੀਏ, ਉਹ ਖਾਸ ਕਰਕੇ ਪਹਿਲਾਂ ਤਾਂ ਮੈਂ ਜਿੱਦਾਂ ਦੱਸਿਆ ਕਿ ਕੋਈ ਵੀ ਪਾਰਟੀ ਉਹਨਾਂ ਦਾ ਸਮੁੱਚਾ ਜਿਹੜਾ ਹੈ ਨਾ ਭਾਈਚਾਰਾ, ਉਹਨੂੰ ਆਪਣੇ ਨਾਲ ਨਹੀਂ ਜੋੜ ਸਕਦੀ, ਨਾ ਹੀ ਜਾ ਸਕਦਾ। ਉਹਦੇ 'ਚ ਕਾਂਗਰਸ ਦਾ ਆਧਾਰ ਵੀ ਆ, ਅਕਾਲੀਆਂ ਦਾ ਆਧਾਰ ਵੀ ਆ, ਕਮਿਊਨਿਸਟਾਂ ਦਾ ਆਧਾਰ ਵੀ ਆ, ਕੁਝ ਆਮ ਆਦਮੀ ਦੇ ਪਾਰਟੀ ਦੇ ਦਾ ਵੀ ਇੱਕੇ ਦੁੱਕੇ ਹੋਣਗੇ। ਇਸ ਕਰਕੇ ਜਿਹੜੀ ਖਾਮਖਿਆਲੀ ਆ ਹੁਣ, ਪਹਿਲਾਂ ਤਾਂ ਦਲਿਤ ਕਦੀ ਦਿਸੇ ਨਹੀਂ। ਤੁਸੀਂ ਇਹ ਦੱਸੋ, ਕਿਸੇ ਵੀ ਪਾਰਟੀ ਨੇ, ਮੇਰੇ ਸਾਹਮਣੇ ਦੋ ਉਦਾਹਰਨਾਂ ਆ। ਇੱਕ ਵਾਰੀ ਇੱਕ ਕੈਂਡੀਡੇਟ ਕਾਂਗਰਸ ਪਾਰਟੀ ਨੇ ਜਿਹੜਾ ਦਲਿਤ ਭਾਈਚਾਰੇ ਦਾ ਸੀਗਾ, ਉਹ ਜਨਰਲ ਸੀਟ ਤੋਂ ਖੜਾ ਕੀਤਾ ਸੀਗਾ। ਇੱਕ ਵਾਰੀ CPIM ਨੇ ਸੰਗਰੂਰ ਜ਼ਿਲ੍ਹੇ ਚੋਂ ਦਲਿਤ ਭਾਈਚਾਰੇ ਦਾ ਕੈਂਡੀਡੇਟ ਜਿਹੜਾ ਉਹ ਜਨਰਲ ਸੀਟ ਤੇ ਖੜਾ ਕੀਤਾ ਸੀਗਾ। ਹੁਣ ਜਿਹੜੇ BJP ਦੇ ਵਿੱਚ ਮੁਸਲਮਾਨ ਮੰਤਰੀ ਜਾਂ ਸੰਤਰੀ ਨੇ, ਜਾਂ ਪੰਜਾਬ ਦੇ ਵਿੱਚ, ਇਹ ਸਾਰੇ ਦੇ ਸਾਰੇ, ਭਾਵੇਂ ਉਹ ਦਲਿਤ ਹੋਣ ਭਾਵੇਂ ਮੁਸਲਮਾਨ ਹੋਣ, ਉਹ ਉਹਨਾਂ ਰਿਜ਼ਰਵ ਸੀਟਾਂ ਦੇ ਉੱਤੇ ਆ ਜਿਨ੍ਹਾਂ ਦੇ ਵਿੱਚ ਰਿਜ਼ਰਵੇਸ਼ਨ ਆ, ਤੇ ਉਹਨੂੰ ਉਹ ਰਿਜ਼ਰਵੇਸ਼ਨ ਦੇ ਵਿੱਚ ਉਹਨਾਂ ਕੋਲ ਕੋਈ ਚਾਰਾ ਨਹੀਂ ਹੈ। ਹੁਣ ਜੇ ਰਿਜ਼ਰਵ ਸੀਟ ਹੈ ਤਾਂ ਉਹਦੇ ਤੇ ਦਲਿਤ ਬੰਦਾ ਹੀ ਖੜਾ ਕਰਨਾ ਪੈਣਾ ਆ। ਪਰ ਉਹ ਤੁਹਾਡੇ ਕਹਿਣ ਮੁਤਾਬਕ ਉਹ ਦਲਿਤ ਉਹ ਨਹੀਂ ਹੈ ਜਿਹੜਾ ਦਲਿਤ ਦਿਹਾੜੀ ਕਰਦਾ ਆ, ਜਿਹੜਾ ਦਲਿਤ ਲੈਂਡਲੈਸ ਆ, ਜਿਸ ਦਲਿਤ ਕੋਲ ਕੋਈ ਜਾਇਦਾਦ ਨਹੀਂ ਹੈ। ਹੁਣ
ਇਹ ਕਿਆਸਰਾਈ ਲੱਗ ਰਹੀ ਆ ਵੀ ਸ਼ਾਇਦ ਸੋਮ ਪ੍ਰਕਾਸ਼ ਜਿਹੜੇ ਹੁਸ਼ਿਆਰਪੁਰ ਤੋਂ ਪਾਰਲੀਮੈਂਟ ਦੇ ਮੈਂਬਰ ਆ ਤੇ ਰਾਜ ਮੰਤਰੀ ਆ, ਵੀ ਉਹਨਾਂ ਦੀ ਪ੍ਰੋਜੈਕਸ਼ਨ ਜਿਹੜੀ ਆ ਉਹ ਸ਼ਾਇਦ ਮੁੱਖ ਮੰਤਰੀ ਵਜੋਂ ਕੀਤੀ ਜਾਵੇ। ਪਰ ਜਿਹੜਾ ਬੰਦਾ ਆਈਐਸ ਰਿਹਾ, ਮੰਤਰੀ ਬਣ ਗਿਆ, ਉਹ ਹੁਣ ਕਿਹੜਾ ਦਲਿਤ ਰਹਿ ਗਿਆ ਜੀ। ਇਸ ਕਰਕੇ ਇਹਨਾਂ ਦੀ ਇਹ ਖਾਮਖਿਆਲੀ ਆ, ਮੈਨੂੰ ਲੱਗਦਾ ਨਹੀਂ ਇਹਦੇ 'ਚ ਕੋਈ ਕਾਮਯਾਬੀ ਇਹਨਾਂ ਨੂੰ ਮਿਲੇ। ਬਿਲਕੁਲ ਇਹੀ ਗੱਲ ਮੈਂ ਕਹਿਣੀ ਚਾਹੁੰਦਾ ਸੀ ਕਿ ਜਿਹੜੇ ਕ੍ਰੀਮੀ ਲੇਅਰ ਚੋਂ ਆਏ ਲੋਕ ਨੇ, ਰਿਜ਼ਰਵੇਸ਼ਨ ਦਾ ਫਾਇਦਾ ਲੈ ਲੈ ਕੇ ਉੱਪਰ ਉੱਠੇ ਨੇ, ਬੇਹਿਸਾਬਾ ਧਨ ਇਕੱਠਾ ਕਰ ਲਿਆ, ਆਈਐਸ ਬਣ ਗਏ, ਜੱਜ ਬਣ ਗਏ, ਚੰਗੀਆਂ ਅਹੁਦਿਆਂ ਤੇ ਪਹੁੰਚ ਗਏ, ਤੇ ਉਹ ਤਾਂ ਜਿਹੜਾ ਦਲਿਤ ਭਾਈਚਾਰੇ ਦਾ ਪਿਛੋਕੜ ਹੈ ਉਹਦੇ ਨਾਲੋਂ ਬਿਲਕੁਲ ਟੁੱਟ ਗਏ। ਜਿਹਨੂੰ ਅਸੀਂ ਅੱਜ ਵੀ ਮਾਲਵੇ 'ਚ ਵਿਹੜੇ ਤੇ ਮਾਝੇ 'ਚ ਠੱਠੀਆਂ ਕਹਿੰਦੇ ਆ, ਉਹਨਾਂ ਨਾਲ ਉਹਨਾਂ ਦਾ ਕਿਤੇ ਦੂਰ ਦਰਾਡੇ ਦਾ ਕੋਈ ਰਿਸ਼ਤਾ ਨਹੀਂ ਆ। ਤੇ ਉਹ ਵਿਅਕਤੀ ਅਗਰ ਮੁੱਖ ਮੰਤਰੀ ਬਣ ਵੀ ਜਾਂਦੇ ਆ ਤਾਂ ਕੀ ਦਲਿਤ ਭਾਈਚਾਰੇ ਦੇ ਉਭਾਰ ਵਾਸਤੇ ਜਾਂ ਉਹਨਾਂ ਦੀ ਆਰਥਿਕ ਮੰਦਹਾਲੀ ਨੂੰ ਉਹਨਾਂ ਨੂੰ ਬਾਹਰ ਕੱਢਣ ਵਾਸਤੇ ਕੋਈ ਪ੍ਰੋਗਰਾਮ ਜਾਂ ਕੋਈ ਮਾਸਟਰ ਪਲਾਨ ਉਹਨਾਂ ਕੋਲ ਹੋ ਸਕਦੇ ਨੇ? ਕੀ ਤੁਹਾਨੂੰ ਲੱਗਦਾ ਹੈ ਕਿ ਇਹੋ ਜਿਹੇ ਵਿਅਕਤੀ ਦੇ ਬਣਨ ਨਾਲ ਦਲਿਤ ਭਾਈਚਾਰੇ ਦੀਆਂ ਮੁਸ਼ਕਲਾਂ ਦਾ ਹੱਲ ਹੋ ਜਾਏਗਾ, ਜਾਂ ਉਹਨਾਂ ਦੇ ਘੱਟੋ ਘੱਟ ਮਨ ਨੂੰ ਇਹ ਸ਼ਾਂਤੀ ਮਿਲ ਜਾਏਗੀ ਕਿ ਹੁਣ ਅਸੀਂ ਸਮਾਜ 'ਚ ਬਰਾਬਰ ਦੇ ਵਿਅਕਤੀ ਬਣ ਗਏ ਹਾਂ ਕਿਉਂਕਿ ਸਾਡਾ ਹੁਣ ਸੀਐਮ ਕੈਂਡੀਡੇਟ ਇੱਕ ਦਲਿਤ ਭਾਈਚਾਰੇ 'ਚੋਂ ਆ ਗਿਆ ਜਾਂ ਉਹ ਬਣ ਕੇ ਬੈਠ ਗਿਆ, ਤੇ ਕੀ ਉਹਦੇ ਨਾਲ ਉਹਨਾਂ ਦੇ ਮਨਾਂ ਨੂੰ ਉਹ ਸ਼ਾਂਤੀ ਮਿਲ ਜਾਏਗੀ ਜਿਹੜੀ ਮਨੂਵਾਦੀਆਂ ਨੇ ਸਦੀਆਂ ਤੋਂ ਉਹਨਾਂ ਨੂੰ ਦਬਾ ਕੇ ਰੱਖਿਆ ਹੋਇਆ ਔਰ ਉਹਨਾਂ ਨਾਲ ਇਹੋ ਜਿਹੇ ਕਰੂੜ ਵਿਹਾਰ ਹੁੰਦੇ ਆਏ ਆ, ਤੇ ਹੁਣ ਉਹਨਾਂ ਹੀ ਮਨੂਵਾਦੀ ਤਾਕਤਾਂ ਵੱਲੋਂ ਉਹਨਾਂ ਨੂੰ ਇਹ ਪਹਾੜਾ ਪੜਾਇਆ ਜਾਵੇ ਕਿ ਅਸੀਂ ਤੁਹਾਨੂੰ ਇਸ ਨਰਕ ਵਾਲੀ ਜ਼ਿੰਦਗੀ 'ਚੋਂ ਬਾਹਰ ਕੱਢ ਸਕਦੇ ਹਾਂ। ਇਹ ਬੜਾ ਇੱਕ ਪਾਸੇ ਹਾਸੋਹੀਣਾ ਵੀ ਲੱਗਦਾ ਤੇ ਦੂਜੇ ਪਾਸੇ ਗੈਰ ਯਥਾਰਥਕ ਇੱਕ ਵਰਤਾਰਾ ਨਜ਼ਰ ਆਉਂਦਾ। ਬਿਲਕੁਲ ਸਹੀ ਗੱਲ ਆ ਜੀ। ਹੁਣ ਤੁਸੀਂ ਇਹ ਦੱਸੋ ਵੀ ਇਸ ਵੇਲੇ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਉਹ ਜੱਟ ਆ। ਇਸ ਤੋਂ ਪਹਿਲਾਂ ਵੀ ਜੱਟ ਮੁੱਖ ਮੰਤਰੀ ਰਹੇ ਆ, ਭਾਵੇਂ ਉਹ ਜੱਟ ਫਾਦਰ। ਤੋਂ ਵੱਧ ਕੇ ਸ਼ਾਹੀ ਪਰਿਵਾਰ ਦਾ ਵੀ ਹਿੱਸਾ ਜੀ, ਮਹਾਰਾਜਾ ਵੀ ਆ ਉਹ। ਹਾਂਜੀ, ਨਹੀਂ ਮੈਂ ਕਹਿੰਦਾ ਵੀ ਚਲੋ ਉਹ ਤੋਂ ਪਛਾਣ ਨੂੰ ਚੱਲ ਜਾਓ, ਭਾਵੇਂ ਬਰਨਾਲਾ ਸਾਹਿਬ ਹੋਣ, ਭਾਵੇਂ ਬਾਦਲ ਸਾਹਿਬ ਹੋਣ, ਭਾਵੇਂ ਸਰਦਾਰ ਦਰਬਾਰਾ ਸਿੰਘ ਹੋਣ ਜਾਂ ਪ੍ਰਤਾਪ ਸਿੰਘ ਕੈਰੋਂ ਹੋਣ, ਤੇ ਕੀ ਜੱਟਾਂ ਦੀ ਹਾਲਤ ਕਿਤੇ ਬਹੁਤ ਜ਼ਿਆਦਾ ਸੁਧਰ ਗਈ ਆ ਪੰਜਾਬ ਦੇ ਵਿੱਚ? ਉਹਨਾਂ ਨੂੰ ਖੁਦਕਸ਼ੀਆਂ ਵੀ ਕਰਨੀਆਂ ਪਈਆਂ, ਹੁਣ ਜ਼ਮੀਨ ਖੁੱਸਣ ਦੇ ਕਰਕੇ, ਜਿਣਸਾਂ ਦੇ ਮੁੱਲ ਨਾ ਮਿਲਣ ਕਰਕੇ ਉਹਨਾਂ ਨੂੰ ਸਟਰਗਲ ਵੀ ਕਰਨੀ ਪੈ ਰਹੀ ਆ। ਤੇ ਜਦੋਂ ਕਿਤੇ ਗੋਪੀ ਚੰਦ ਭਾਰਗੋ ਸੀਗੇ ਉਦੋਂ ਕਿੰਨੇ ਕੁ ਜਿਹੜੇ ਹਿੰਦੂ ਹੈਗੇ ਆ ਉਹਨਾਂ ਨੇ ਭਲਾ ਕਰ ਦਿੱਤਾ ਸੀਗਾ। ਤੇ ਇਸੇ ਤਰ੍ਹਾਂ ਜਿਹੜੇ ਦਲਿਤ ਹੈਗੇ, ਜਿੱਦਾਂ ਕੋਈ ਮੰਤਰੀ ਬਣ ਜਾਂਦੇ ਆ, ਉਹ ਆਪਣੇ ਬਾਰੇ ਸੋਚਦੇ ਆ। ਉਹ ਤੁਸੀਂ ਕਿਸੇ ਦਾ ਨਾਂ ਲਓ ਜਾਂ ਨਾ ਲਓ, ਕੋਈ ਏਡੀ ਵੱਡੀ ਗੱਲ ਨਹੀਂ ਹੈ। ਪਰ ਜਿਹੜਾ ਬੰਦਾ ਇੱਕ ਕਲਾਸ ਜਿਹੜੀ ਉਹਦੀ ਰੂਲਿੰਗ ਕਲਾਸ ਹੈਗੀ ਆ ਉਹਦੇ ਵਿੱਚ ਉਹ ਚੱਲ ਜਾਂਦਾ, ਤੇ ਉਹ ਫਿਰ ਤੁਸੀਂ ਠੀਕ ਕਿਹਾ ਹੈਗਾ ਕਿ ਉਹ ਵਿਹੜਿਆਂ ਵਿੱਚ ਜਾਂ ਠੱਠੀਆਂ ਦੇ ਵਿੱਚ ਜੇ ਵੋਟਾਂ ਲੈਣ ਵੀ ਜਾਂਦਾ ਤਾਂ ਮੂੰਹ ਤੇ ਰੁਮਾਲ ਰੱਖ ਕੇ ਜਾਂਦਾ ਹੈਗਾ। ਉਹਨੂੰ ਉਹਨਾਂ ਕੋਲੋਂ ਮੁਸ਼ਕ ਆਉਂਦੀ ਆ, ਉਹਨਾਂ ਨਾਲ ਉਹਦਾ ਰਿਸ਼ਤਾ ਸਿਰਫ ਵੋਟ ਦਾ ਆ। ਤੇ ਇਸ ਕਰਕੇ ਖਾਸ ਕਰਕੇ ਉਹ ਜਮਾਤ, ਉਹ ਪਾਰਟੀ ਜਿਹਦੇ ਬਾਰੇ ਭਲੀ ਭਾਂਤ ਲੋਕਾਂ ਨੂੰ ਪਤਾ ਆ ਵੀ ਇਹ ਇੱਕ ਮਨੂਵਾਦੀ ਸਿਧਾਂਤ ਨੂੰ ਮੰਨਣ ਵਾਲੀ ਪਾਰਟੀ ਆ, ਤੇ ਮਨੂਵਾਦੀ ਸਿਧਾਂਤ ਦੇ ਮੁਤਾਬਕ ਸਭ ਤੋਂ ਥੱਲੜੇ ਪੌੜੇ ਤੇ ਜਿਹੜੇ ਆ ਉਹ ਦਲਿਤ ਹੈਗੇ ਆ, ਇਹ ਭਾਈਚਾਰਾ ਆ। ਇਸ ਕਰਕੇ ਉਹ ਮੇਰਾ ਖਿਆਲ ਹੈ ਇਹਨਾਂ ਦੇ ਝਾਂਸੇ ਵਿੱਚ ਆਉਣ ਵਾਲੇ ਨਹੀਂ ਜੀ। ਪ੍ਰੋਫੈਸਰ ਸਾਹਿਬ, ਅੱਜ ਦੀ ਜਿਹੜੀ ਆਪਣੀ ਗੱਲਬਾਤ ਹੋ ਰਹੀ ਆ, ਇਹਦਾ ਫੌਰੀ ਕਾਰਨ ਜਿਹੜਾ ਬਣਿਆ ਆ ਉਹ ਹੈ ਇੱਕ ਗੁਰੂ ਘਰ ਦੇ ਵਿੱਚ ਇੱਕ ਨਿਹੰਗ ਸਿੰਘ ਵੱਲੋਂ ਕੀਤੀ ਗਈ ਅਰਦਾਸ। ਇਹ ਬਠਿੰਡਾ ਜ਼ਿਲ੍ਹੇ ਦਾ ਬੀੜ ਤਲਾਬ ਗੁਰੂ ਘਰ ਹੈ ਜੀ ਕੋਈ, ਜਿਹਦੇ ਵਿੱਚ ਇੱਕ ਨਿਹੰਗ ਸਿੰਘ ਹੱਥ ਵਿੱਚ ਬਰਛਾ ਫੜ ਕੇ ਪੂਰਾ ਸਿੱਖੀ ਬਾਣੇ ਵਿੱਚ ਹੈ, ਤੇ ਉਹ ਅਰਦਾਸ ਕਰਦਾ ਹੈ ਕਿ ਜਿਹੜਾ ਡੇਰਾ ਸਿਰਸਾ ਦਾ ਮੁਖੀ ਹੈ ਉਹਦੀ ਜੇਲ੍ਹ ਚੋਂ ਰਿਹਾਈ ਜਿਹੜੀ ਉਹ ਕਿਸੇ ਤਰ੍ਹਾਂ ਹੋ ਜਾਏ। ਮਹਾਰਾਜ ਅੱਗੇ ਅਰਦਾਸ ਕਰਦਾ ਕਿ ਉਹ ਤੇਰਾ ਸੱਚਾ ਸਿੱਖ ਆ, ਉਹਦੀ ਰਿਹਾਈ ਜਿਹੜੀ ਆ ਉਹ ਕਰੋ। ਫਿਰ ਉਹ ਕਹਿੰਦਾ ਹੈ ਕਿ ਦਲਿਤਾਂ ਨੂੰ ਮੁੱਖ ਮੰਤਰੀ ਬਣਾਉਣ ਦਾ ਤੇ ਦਲਿਤਾਂ ਤੇ ਹੁੰਦੇ ਅਤਿਆਚਾਰ ਦਾ ਜਿਹੜਾ ਸੁਪਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਂ ਨੇ ਘੜਿਆ ਆ ਕਿ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਆ ਉਹ ਦਲਿਤ ਭਾਈਚਾਰੇ 'ਚੋਂ ਹੋਵੇਗਾ, ਤੇ ਉਹਦੀ ਸ਼ਲਾਘਾ ਕੀਤੀ ਤੇ ਅਰਦਾਸ ਕੀਤੀ ਹੈ ਕਿ ਉਹ ਜਿਹੜੇ ਨਰਿੰਦਰ ਮੋਦੀ ਰਾਂ ਦਾ ਸੁਪਨਾ ਆ ਉਹਨੂੰ ਪੂਰਾ ਕਰ ਲਿਆ ਜਾਵੇ।
ਇਹ ਵਿਅਕਤੀ ਜਿਹੜਾ ਜੀ ਗੁਰਦੁਆਰੇ ਦਾ ਪਾਠੀ, ਇਹਦਾ ਨਾਮ ਗੁਰਮੇਲ ਸਿੰਘ ਪੁੱਤਰ ਨਾਜਰ ਸਿੰਘ ਹੈ। ਬਸਤੀ ਨੰਬਰ 4 ਬੀੜ ਤਲਾਬ ਜਗ੍ਹਾ ਦਾ ਨਾਮ ਆ ਬਠਿੰਡੇ ਜ਼ਿਲ੍ਹੇ 'ਚ, ਜਿੱਥੇ ਇਹਨੇ ਸਾਰੀ ਕਾਰਵਾਈ ਕੀਤੀ, ਜਿਹਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਆ। ਤੇ ਹੁਣ ਖਬਰ ਇਹਦੀ ਇਹ ਆਈ ਆ ਕਿ ਉਹਨੂੰ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ ਦੇ ਵਿੱਚ 295 ਤੁਹਾਨੂੰ ਪਤਾ ਜਿਹੜੀ ਧਾਰਾ ਇਹਨਾਂ ਬਣਾਈਆਂ ਜੇ ਤੇ ਜ਼ਮਾਨਤ ਨਹੀਂ ਹੁੰਦੀ, ਗੈਰ ਜ਼ਮਾਨਤੀ ਵਾਰੰਟ ਹੁੰਦੇ ਨੇ, ਉਹ ਉਹਦੇ ਤੇ ਕਰ ਲਿੱਤੀ ਗਈ ਆ। ਤੇ ਉਹਨੇ ਇਹ ਕਿਹਾ ਆ ਕਿ ਸੱਚੇ ਪਾਤਸ਼ਾਹ ਸਾਡੇ ਨਾਲ ਜਿਹੜਾ ਆ ਉਹ ਭੇਦਭਾਵ ਹੋ ਰਿਹਾ, ਤੁਹਾਡੇ ਸਰੂਪ ਗਲੀਆਂ 'ਚ ਜਿਹੜੇ ਲੋਕਾਂ ਨੇ ਖਿਲਾਰੇ ਉਹ ਰਾਜ ਗੱਦੀਆਂ ਤੇ ਬੈਠੇ ਹੋਏ ਨੇ। ਬੜੀ ਅਜੀਬ ਤਰ੍ਹਾਂ ਦੀ ਅਰਦਾਸ ਹੈ। ਵੈਸੇ ਤੇ ਹਰ ਵਿਅਕਤੀ ਨੂੰ ਆਪਣੇ ਈਸ਼ ਦੇ ਅੱਗੇ ਜਾ ਕੇ ਅਰਦਾਸ ਕਰਨ ਦਾ ਹੱਕ ਹਾਸਲ ਹੈ, ਚਾਹੇ ਕੋਈ ਸਮਗਲਰ ਹੋਵੇ, ਚੋਰ ਹੋਵੇ, ਉਹਦਾ ਧੰਦਾ ਆ, ਉਹ ਆਪਣੇ ਧੰਦੇ ਨੂੰ ਕਹਿੰਦਾ ਹੈ ਕਿ ਵਧੇ ਫੁੱਲੇ ਤੇ ਗੁਰੂ ਸਾਹਿਬ ਕੋ ਜਾ ਕੇ ਮੰਗਦਾ ਹੈ। ਵੱਖਰੀ ਗੱਲ ਆ ਕਿ ਗੁਰੂ ਸਾਹਿਬ ਜਿਹੜੇ ਆ ਉਹ ਉਹਦੇ ਧੰਦੇ ਨੂੰ ਵਧਾਉਣ 'ਚ ਉਹਦੀ ਸਹਾਇਤਾ ਕਰਦੇ ਆ ਜਾਂ ਨਹੀਂ ਕਰਦੇ। ਪਰ ਜਿਵੇਂ ਸੁਰਜੀਤ ਪਾਤਰ ਇਹਨਾਂ ਦਾ ਇੱਕ ਸ਼ੇਰ ਮੈਨੂੰ ਯਾਦ ਆ ਰਿਹਾ ਇੱਥੇ, ਉਹਨਾਂ ਨੇ ਕਿਤੇ ਲਿਖਿਆ, ਕਾਲੇ ਧਨ ਦੇ ਖੋਟੇ ਸਿੱਕੇ ਚਾੜ ਗਏ ਵਪਾਰੀ, ਮੰਦਰ ਵਿੱਚ ਮੁਸਕਾਈ ਜਾਵੇ ਫਿਰ ਵੀ ਕਿਸ਼ਨ ਮਰਾਰੀ। ਉਹ ਉਹਨਾਂ ਦਾ ਭਾਵ ਕੁਝ ਹੋਰ ਹੋ ਸਕਦਾ ਹੈ, ਕੁਝ ਹੋਰ ਸੰਦਰਭ 'ਚ ਹੋ ਸਕਦਾ ਹੈ, ਪਰ ਗੁਰੂ ਸਾਹਿਬ ਦੇ ਅੱਗੇ ਜਾ ਕੇ ਅਰਦਾਸ ਇਸ ਤਰ੍ਹਾਂ ਦੀ ਕੀਤੀ ਜਾਂਦੀ ਆ ਜਿਹੜੀ ਪੂਰੀ ਦੀ ਪੂਰੀ ਸਿਆਸੀ ਅਰਦਾਸ ਹੈ। ਤੇ ਇਹਦੇ ਮਾਇਨੇ ਕੀ ਆਪਾਂ ਲੈ ਸਕਦੇ ਹਾਂ, ਇਹ ਸਾਰੀ ਗੱਲਬਾਤ ਅਸੀਂ ਇਸੇ ਸੰਦਰਭ 'ਚ ਕੀਤੀ ਆ ਕਿ ਇੱਕ ਵਿਅਕਤੀ ਆਉਂਦਾ ਆ ਤੇ ਉਹ ਨਰਿੰਦਰ ਮੋਦੀ ਰਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਅਰਦਾਸ ਕਰਦਾ ਆ, ਨਾਲ ਦੀ ਨਾਲ ਦਲਿਤ ਭਾਈਚਾਰੇ ਤੇ ਹੁੰਦੇ ਅਤਿਆਚਾਰਾਂ ਦੀ ਗੱਲ ਕਰਦਾ, ਉਹਨਾਂ ਤੋਂ ਮੁਕਤੀ ਪਾਉਣ ਦੀ ਗੱਲ ਕਰਦਾ ਆ, ਤੇ ਕਹਿੰਦਾ ਇਹ ਆ ਕਿ ਨਰਿੰਦਰ ਮੋਦੀ ਰਾਂ ਦਾ ਸੁਪਨਾ ਪੰਜਾਬ ਦਾ ਮੁੱਖ ਮੰਤਰੀ ਦਲਿਤ ਭਾਈਚਾਰੇ ਦਾ ਬਣ ਜਾਵੇ। ਤੇ ਨਾਲ ਦੀ ਨਾਲ ਇਹ ਵੀ ਕਹਿੰਦਾ ਹੈ ਕਿ ਮਹਾਰਾਜ ਜਿਨ੍ਹਾਂ ਨੇ ਤੁਹਾਡੇ ਪੱਤਰੇ ਸਾੜੇ ਉਹ ਰਾਜ ਭਾਗ ਭੋਗ ਰਹੇ ਨੇ। ਇਹ ਸਾਰੀਆਂ ਗੱਲਾਂ ਦੇ ਕੀ ਅਰਥ ਆਪਾਂ ਲੈ ਸਕਦੇ ਹਾਂ? ਇਹ ਮੈਨੂੰ ਮੁੱਖ ਤੌਰ ਤੇ ਅਪੇਰੈਂਟਲੀ ਤਾਂ ਇੱਕ ਬਹੁਤ ਵੱਡੀ ਸ਼ਰਾਰਤ ਤੇ ਸਾਜ਼ਿਸ਼ ਲੱਗਦੀ ਆ ਕਿ ਇਹਦੇ ਨਾਲ ਇੱਕ ਤੀਰ ਨਾਲ ਕਈ ਨਿਸ਼ਾਨੇ ਫੁੰਡਣ ਦਾ ਯਤਨ ਕੀਤਾ ਗਿਆ ਆ। ਇੱਕ ਤਾਂ ਦਲਿਤ ਪੱਤਾ ਖੇਡਿਆ ਗਿਆ ਹੈਗਾ, ਦੂਜਾ ਜਿਹੜਾ ਜਿਨ੍ਹਾਂ ਨੂੰ ਪ੍ਰੇਮੀ ਕਹਿੰਦੇ ਹੈਗੇ ਆ ਸਰਸੇ ਵਾਲੇ, ਉਹਨਾਂ ਦੀ ਗੱਲ ਕੀਤੀ ਗਈ ਆ। ਨਾਲ ਦੀ ਨਾਲ ਪੰਜਾਬ ਦੀਆਂ ਦੋ ਵੱਡੀਆਂ ਸਿਆਸੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ, ਇਹਨਾਂ ਦੇ ਉੱਤੇ ਵੀ ਮਤਲਬ ਇੱਕ ਹਮਲਾ ਕੀਤਾ ਗਿਆ ਆ। ਸੋ ਇਸ ਤਰੀਕੇ ਨਾਲ ਇਹਦੇ ਇੱਕ ਤੀਰ ਦੇ ਨਾਲ ਕਈ ਨਿਸ਼ਾਨੇ ਫੁੰਡਣ ਦਾ ਯਤਨ ਕੀਤਾ ਗਿਆ ਆ। ਜਿਹੜੀ ਅਰਦਾਸ ਦੀ ਗੱਲ ਹੈ ਗਿੱਲ ਸਾਹਿਬ, ਆਮ ਤੌਰ ਤੇ ਅਰਦਾਸ ਜਿਹੜੀ ਆ ਉਹ ਕੋਈ ਖੁਸ਼ੀ ਦੀ ਕੀਤੀ ਜਾਂਦੀ ਆ, ਮਤਲਬ ਕੋਈ ਜਦੋਂ ਭੋਗ ਪਾਇਆ ਜਾਂਦਾ, ਕੋਈ ਮਰਗ ਦੀ ਕੀਤੀ ਜਾਂਦੀ ਆ। ਖੁਸ਼ੀ ਦੀ ਅਰਦਾਸ ਦੇ ਵਿੱਚ ਇਹ ਹੁੰਦਾ ਵੀ ਸੱਚੇ ਪਾਤਸ਼ਾਹ ਇਹ ਕਾਰਜ ਜਿਹੜਾ ਹੈਗਾ, ਜਿੱਦਾਂ ਕੋਈ ਵਿਆਹੁਣ ਚੱਲਿਆ ਬਈ ਇਹ ਸੰਪੂਰਨ ਹੋਵੇ, ਕਿਸੇ ਨੇ ਕੋਈ ਮਕਾਨ ਬਣਾਉਣਾ ਬਈ ਇਹਦਾ ਕਾਰਜ ਸੰਪੂਰਨ ਹੋ ਜੇ, ਜਾਂ ਜਿਹੜੀ ਮਰਗ ਦੀ ਆ ਉਹਦੇ ਵਿੱਚ ਇਹ ਕਹਿੰਦਾ ਵੀ ਸੇ ਸੱਚੇ ਪਾਤਸ਼ਾਹ ਇਹ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੀਂ। ਇੱਦਾਂ ਦੀ ਅਰਦਾਸ ਮੈਂ ਤਾਂ ਸ਼ਾਇਦ ਕਦੀ ਨਹੀਂ ਸੁਣੀ ਵੀ ਜਿਹਦੇ ਵਿੱਚ ਪ੍ਰਧਾਨ ਮੰਤਰੀ ਦੇ ਸੋਹਲੇ ਗਾਏ ਗਏ ਹੋਣ, ਜਾਂ ਜਿਹਦੇ ਵਿੱਚ ਜਾਤ ਪਾਤ ਤੇ ਆਧਾਰਿਤ ਇਸ ਕਿਸਮ ਦੀ ਗੱਲ ਕੀਤੀ ਗਈ ਹੋਵੇ। ਇਹ ਠੀਕ ਆ ਕਿ ਗੁਰਦੁਆਰੇ 'ਚ ਅਰਦਾਸ ਕਰਨ ਦਾ, ਜਾਣ ਦਾ, ਮੰਗਣ ਦਾ, ਪਰ ਲੋਕੀ ਜਾਂਦੇ ਆ ਜਦੋਂ ਮੰਗਦੇ ਆ। ਜਿਹੜੇ ਵੱਡੇ ਵੱਡੇ ਡਾਕੂ ਸੀਗੇ ਉਹ ਵੀ ਅਰਦਾਸ ਕਰਕੇ ਜਾਂਦੇ ਸੀ, ਪਰ ਆਪਣੇ ਮਨ ਦੇ ਵਿੱਚ ਅਰਦਾਸ ਕਰਦੇ ਸੀ ਕਿ ਸੱਚੇ ਪਾਤਸ਼ਾਹ ਹੀ ਜਿਹੜੇ ਕੰਮ ਲਈ ਚੱਲੇ ਆ ਸਾਨੂੰ ਕਾਮਯਾਬੀ ਮਿਲੇ। ਉਹ ਇਦਾਂ ਮੇਰਾ ਖਿਆਲ ਸ਼ਰੇਆਮ ਸਪੀਕਰ ਦੇ ਉੱਤੇ ਇਸ ਕਿਸਮ ਦੀ ਅਰਦਾਸ ਜਿਹੜੀ ਆ, ਹੁਣ ਵੀ ਜਿਹੜੇ ਲੋਕ ਜਾਂਦੇ ਆ, ਮਾਫ ਕਰਨਗੇ ਮੈਨੂੰ ਸੱਜਣ, ਕਿਸੇ ਨੂੰ ਕਿਸੇ ਦਾ ਦਿਲ ਨਹੀਂ ਦੁਖਣਾ ਚਾਹੀਦਾ, ਸਰਬੱਤ ਦੇ ਭਲੇ ਦੀ ਅਰਦਾਸ ਤਾਂ ਬਹੁਤ ਘੱਟ ਲੋਕ ਕਰਦੇ ਆ। ਬਹੁਤੇ ਲੋਕ ਆਪਣੀਆਂ ਅਰਦਾਸਾਂ ਕਰਦੇ ਆ ਕਿ ਮੇਰੇ ਘਰ ਪੁੱਤ ਹੋ ਜਾਵੇ, ਜੇ ਪੋਤੇ ਆ ਤੇ ਉਹਨੂੰ ਚੰਗੀ ਵਿੱਦਿਆ ਮਿਲ ਜਾਵੇ, ਉਹਦਾ ਕਾਰੋਬਾਰ ਵਧੀਆ ਹੋ ਜਾਵੇ। ਸੋ ਮੈਨੂੰ ਲੱਗਦਾ ਵੀ ਇਹ ਜਿਹੜੀ ਅਰਦਾਸ ਹੈ ਨਾ, ਇਹ ਇੱਕ ਸਿਆਸਤ ਹੈ, ਨਾਲ ਦੀ ਨਾਲ ਸਾਜ਼ਿਸ਼ ਵੀ ਹੈ। ਵੈਸੇ ਅਰਦਾਸ ਦੀ ਗੱਲ ਤੁਸੀਂ ਸ਼ੁਰੂ ਕੀਤੀ ਹੈ ਪ੍ਰੋਫੈਸਰ ਸਾਹਿਬ, ਸਮਾਂ ਆਪਣਾ ਹੋ ਚੱਲਿਆ, ਮੈਂ ਉਧਰਲੇ ਪਾਸੇ ਜਾਣਾ ਨਹੀਂ ਚਾਹੁੰਦਾ। ਮੈਂ ਕਈ ਗੁਰਦੁਆਰਿਆਂ 'ਚ ਵੇਖਿਆ ਜੀ, ਮੈਨੂੰ ਯਾਦ ਹੈ ਰਮਦਾਸ ਜਗ੍ਹਾ ਤੇ ਇੱਕ
ਸਮਾਧਾਂ ਨੇ। ਸਮਾਧ ਹੈ ਬਾਬਾ ਬੁੱਢਾ ਸਾਹਿਬ ਦੀ, ਤੇ ਉੱਥੇ ਕਾਫੀ ਗੁਰਦੁਆਰਾ ਅੱਛਾ ਬਣਿਆ ਹੋਇਆ, ਔਰ ਉੱਥੇ ਚੌਥ ਲੱਗਦੀ ਹੈ ਬੜੀ ਭਾਰੀ। ਤੇ ਉੱਥੇ ਇੱਕ ਸੰਤ ਹਰਨਾਮ ਸਿੰਘ ਹੁੰਦੇ, ਮੈਂ ਛੋਟਾ ਜਿਹਾ ਹੁੰਦਾ ਸੀ 5ਵੀਂ 6ਵੀਂ 'ਚ ਪੜ੍ਹਦਾ, ਕਿਉਂਕਿ ਸਾਡੀ ਥੋੜ੍ਹੀ ਜਿਹੀ ਜ਼ਮੀਨ ਉੱਥੇ ਉਹ ਸਮਾਧਾ ਗੁਰਦੁਆਰੇ ਤੋਂ ਨਜ਼ਦੀਕ ਪੈਂਦੀ ਹੈ, ਤੇ ਜਾਣ ਦਾ ਮੌਕਾ ਮਿਲਦਾ ਸੀ। ਤੇ ਉੱਥੇ ਕਈ ਲੋਕ ਖੰਡ ਪਾਠ ਰਖਾਉਂਦੇ ਸੀ, ਜਿਹੜੀ ਪ੍ਰਥਾ ਹੁਣ ਆਮ ਹੋ ਗਈ ਨੰਦੇੜ ਸਾਹਿਬ 'ਚ ਵੀ ਤੇ ਆਪਣੇ ਦਰਬਾਰ ਸਾਹਿਬ ਵਿੱਚ ਵੀ, ਕਿ ਅਖੰਡ ਪਾਠ ਇੱਕ ਜਗ੍ਹਾ ਹੋ ਰਿਹਾ ਤੇ ਅਰਦਾਸ 10 ਵਿਅਕਤੀਆਂ ਦੀ ਹੁੰਦੀ ਸੀਗੀ, ਕਿ ਇਹਨਾਂ ਵਿਅਕਤੀਆਂ ਨੇ ਪਾਠ ਰਖਾਇਆ ਸੀਗਾ। ਅਖੰਡ ਪਾਠ ਇੱਕੋ ਹੀ ਹੁੰਦਾ ਸੀਗਾ, ਪਰ ਉਸ ਤੋਂ ਬਾਅਦ ਜਿਹੜੇ ਅਰਦਾਸ ਕਰਾਉਣ ਵਾਲੇ ਲੋਕ ਸੀ ਜਿਨ੍ਹਾਂ ਨੇ ਪਾਠ ਰਖਾਇਆ ਹੁੰਦਾ ਸੀਗਾ, ਉਹਨਾਂ ਨੇ ਬੜੀਆਂ ਹਾਸੋਹੀਣੀ ਅਰਦਾਸ ਜੀ ਲਿਖ ਕੇ ਦਿੱਤੇ ਹੁੰਦੇ ਸੀਗੇ, ਕਿ ਮਹਾਰਾਜ ਬਾਬਾ ਬੁੱਢਾ ਸਾਹਿਬ ਜਦੋਂ ਉਹ ਬਾਬਾ ਜੀ ਅਰਦਾਸ ਕਰਦੇ ਹੁੰਦੇ ਸੀਗੇ ਕਿ ਇਹਨਾਂ ਦੇ ਮਾਸੀ ਦੇ ਪੁੱਤ ਜਿਊਣਸੋਂ ਦੇ ਪੁੱਤਰ ਧੀਰੇ ਦਾ ਪੜ੍ਹਾਈ 'ਚ ਮਨ ਨਹੀਂ ਲੱਗਦਾ, ਬਾਬਾ ਬੁੱਢਾ ਸਾਹਿਬ ਹੁਣੇ ਹੀ ਕਿਰਪਾ ਸ਼ੁਰੂ ਕਰ ਦਿਓ ਕਿ ਉਹਦੀ ਪੜ੍ਹਾਈ 'ਚ ਮਨ ਲੱਗ ਜੇ। ਉਹਦੇ ਭੂਆ ਦੇ ਪੁੱਤ ਨੂੰ ਆਹ ਤਕਲੀਫ ਆ, ਉਹਦੀ ਲੱਤ ਦੁਖਦੀ ਆ, ਉਹ ਠੀਕ ਆ। ਮਤਲਬ ਇੱਕ ਅਰਦਾਸ ਦੇ ਵਿੱਚ ਸਮੁੱਚੇ ਰਿਸ਼ਤੇਦਾਰਾਂ ਨੂੰ ਘੇਰਾ ਕਰਕੇ ਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਅਰਦਾਸ ਦੇ ਰੂਪ 'ਚ ਪੇਸ਼ ਕੀਤਾ ਜਾਂਦਾ ਸੀਗਾ, ਜਿਹੜਾ ਕਦੀ ਕਦੀ ਲੱਗਦਾ ਵੀ ਬੜਾ ਅਜੀਬ ਸੀ, ਕਿ ਕਿਉਂਕਿ ਲਾਊਡ ਉਹ ਬੋਲ ਕੇ ਇਹ ਚੀਜ਼ਾਂ ਸਪੀਕਰ ਵਿੱਚ ਪੜ੍ਹਦੇ ਹੁੰਦੇ ਸੀਗੇ। ਇਹ ਤੇ ਚਲੋ ਇੱਕ ਵਿਸ਼ਾ ਵੱਖਰਾ ਹੋ ਗਿਆ, ਪਰ ਜਿਹੜਾ ਵਿਸ਼ਾ ਇਹ ਆ ਧਰਮ ਵਾਲਾ, ਜਿਸਦਾ ਮੈਂ ਹੁਣ ਉਹ ਗੱਲ ਨੂੰ ਦੂਜੇ ਪਾਸੇ ਨਹੀਂ ਲੈ ਕੇ ਜਾਣਾ ਚਾਹੁੰਦਾ, ਮੈਂ ਸਿਰਫ ਅੱਜ ਦਾ ਪ੍ਰੋਗਰਾਮ ਇਸੇ ਹੀ ਇਸ਼ੂ ਦੇ ਉੱਤੇ ਖ਼ਤਮ ਕਰਨਾ ਚਾਹੁੰਦਾ ਹਾਂ ਕਿ ਕੀ ਸਾਡੀ ਸਿੱਖ ਕੌਮ ਜਿਹੜੀ ਆ ਉਹ ਗੁਰੂ ਆਸ਼ੇ ਤੋਂ, ਗੁਰੂ ਫਿਲਾਸਫੀ ਤੋਂ, ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੇ ਦਰਸ਼ਨ ਤੋਂ ਲਾਂਭੇ ਜਾ ਕੇ ਇਹ ਇਸ ਤਰ੍ਹਾਂ ਦੀਆਂ ਅਰਦਾਸਾਂ ਕਰੀ ਜਾ ਰਹੀ ਆ, ਉਹਦਾ ਕੋਈ ਮਤਲਬ ਹੈ ਜਾਂ ਨਹੀਂ। ਔਰ ਦੂਸਰਾ ਜਿਹੜਾ ਉਹ ਪਾਠੀ ਸਿੰਘ ਗੁਰਮੇਲ ਸਿੰਘ ਜਿਹਦਾ ਆਪਾਂ ਜ਼ਿਕਰ ਕਰ ਰਹੇ ਹਾਂ, ਉਹਨਾਂ ਦਾ ਜਿਹੜਾ ਇਹ ਇੰਨੇ ਵੱਡੇ ਸਿਧਾਂਤਕ ਤੌਰ 'ਤੇ ਸਿਆਸਤ ਦੀ ਗੱਲਬਾਤ ਉਹ ਕਰ ਰਿਹਾ ਵਿਅਕਤੀ ਆ, ਉਹਦੇ ਢੰਗ ਤਰੀਕੇ ਬੋਲਣ ਤੋਂ ਜਾਂ ਉਹਦੇ ਹਿਸਾਬ ਕਿਤਾਬ ਤੋਂ ਇਹ ਨਹੀਂ ਲੰਘਦਾ ਕਿ ਉਹ ਸਿਆਸੀ ਤੌਰ 'ਤੇ ਇੰਨਾ ਪ੍ਰਪੱਕ ਵਿਅਕਤੀ ਹੋਵੇ। ਉਹਦੇ ਪਿੱਛੇ ਕੋਈ ਮਾਸਟਰ ਮਾਈਂਡ ਤਾਂ ਜ਼ਰੂਰ ਹੋਵੇਗਾ ਨਾ, ਜਿਹਨੇ ਉਹਦੇ ਮੂੰਹ 'ਚੋਂ ਸ਼ਬਦ ਪਾਏ ਜਾਂ ਉਹਦੇ ਕੋਲ ਕੁਹਾਏ, ਤੇ ਹੁਣ ਭੁਗਤਣਾ ਉਹਨੂੰ ਵਿਚਾਰੇ ਨੂੰ ਇਕੱਲੇ ਨੂੰ ਪੈ ਜਾਣਾ। ਤੇ ਜਿਹੜੇ ਸਿਆਸੀ ਲੋਕ ਨੇ ਇੱਦਾਂ ਹੀ ਇੱਕ ਇੱਕ ਕਰਕੇ ਲੋਕਾਂ ਨੂੰ ਹਮੇਸ਼ਾ ਇਸਤੇਮਾਲ ਕਰਦੇ ਨੇ ਤੇ ਆਪਣਾ ਫਾਇਦਾ ਚੁੱਕ ਕੇ ਲਾਂਭੇ ਹੋ ਜਾਂਦੇ ਨੇ। ਹੁਣ ਪਤਾ ਨਹੀਂ ਉਹਦੇ ਪਿੱਛੇ ਮਾਸਟਰ ਮਾਈਂਡ ਕਿਹੜਾ ਉਸ ਇਲਾਕੇ ਦਾ ਵਿਅਕਤੀ ਹੋਏਗਾ, ਕੋਈ ਡੇਰਾ ਜਿਹੜਾ ਇਹ ਸਾਧ ਵਾਲਾ ਸੱਚੇ ਸੌਦੇ ਵਾਲੇ ਦਾ ਕੋਈ ਵਿਅਕਤੀ ਹੈ, ਪ੍ਰੇਮੀ ਹੈ, ਜਾਂ ਕੋਈ ਆਪਣੇ ਬੀਜੇਪੀ ਦਾ ਸ਼ਰਧਾਲੂ ਹੈ, ਜਾਂ ਜਿਹੜੇ ਅੱਜ ਕੱਲ੍ਹ RSS ਦੇ ਸ਼ਾਖਾ ਸੈਂਟਰ ਕਾਫੀ ਜ਼ਿਆਦਾ ਕਿਹਾ ਜਾ ਰਿਹਾ ਕਿ 1200 ਦੇ ਕਰੀਬ ਸ਼ਾਖਾਵਾਂ ਪੰਜਾਬ 'ਚ ਲੱਗਣੀਆਂ ਸ਼ੁਰੂ ਹੋ ਗਈਆਂ, ਉਹਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਚਰਚਾ ਹੈ ਜਿੱਥੋਂ ਇਹ ਚੀਜ਼ ਸਾਹਮਣੇ ਆਈ ਆ, ਜਿਹੜੀ ਕਿ ਇੱਕ ਮੰਦਭਾਗੀ ਖਬਰ ਹੈ, ਜਿਹਦੇ 'ਤੇ ਸਾਰਾ ਮੀਡੀਆ ਅੱਜ ਚਰਚਾ ਕਰ ਰਿਹਾ। ਤੇ ਇਹ ਚੀਜ਼ ਜਿਹੜੀ ਆ ਇਹ ਪੰਜਾਬ ਵਿੱਚ ਨਾ ਫੈਲੇ, ਅਸੀਂ ਇਹੋ ਹੀ ਦੁਆ ਕਰ ਸਕਦੇ ਹਾਂ। ਤੁਸੀਂ ਆਪਣੇ ਜਿਹੜੇ ਕਮੈਂਟ ਆਖਰੀ ਦੇਣਾ ਚਾਹੋ ਇਹਦੇ ਉੱਤੇ ਤੇ ਕਰੋ, ਤੇ ਫਿਰ ਆਪਾਂ ਪ੍ਰੋਗਰਾਮ ਦੀ ਕਰਦੇ ਹਾਂ ਸਮਾਪਤੀ। ਗਿੱਲ ਸਾਹਿਬ, ਇਸ ਪ੍ਰਥਾਏ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਪੰਜਾਬ ਚੋਂ ਉੱਠਿਆ ਜਿਹੜਾ ਕਿਸਾਨੀ ਸੰਘਰਸ਼ ਆ ਨਾ, ਉਹਦੀਆਂ ਹੋਰ ਜਿਹੜੀਆਂ ਪੋਜ਼ਿਟਿਵ ਗੱਲਾਂ ਆ ਉਹਨਾਂ ਦੇ ਨਾਲ ਨਾਲ ਇੱਕ ਪੰਜਾਬੀ ਭਾਈਚਾਰੇ ਦੀ ਗੱਲ ਜਿਹੜੀ ਹੈਗੀ ਆ, ਜਿਹਨੇ ਪੰਜਾਬ ਤੇ ਹਰਿਆਣੇ ਨੂੰ ਇਕੱਠਿਆ ਕੀਤਾ, ਜਿਹਨੇ ਪੰਜਾਬ ਹਰਿਆਣੇ ਤੇ ਯੂਪੀ ਨੂੰ ਇਕੱਠਿਆਂ ਕੀਤਾ, ਹੋਰ ਸਟੇਟਾਂ ਇਕੱਠੀਆਂ ਕੀਤੀਆਂ। ਮੈਨੂੰ ਲੱਗਦਾ ਇਹ ਆ ਬਈ ਇਹ ਸਾਜ਼ਿਸ਼ਾਂ ਭਾਵੇਂ ਲੱਖ ਵਾਰੀ ਹੋਣ, ਪਰ ਕਿਸਾਨੀ ਅੰਦੋਲਨ ਦਾ ਪ੍ਰਭਾਵ ਜਿਹੜਾ ਉਹ ਪੰਜਾਬ ਦੇ ਪਿੰਡਾਂ ਦੇ ਵਿੱਚ, ਪੰਜਾਬ ਦੇ ਸਮੁੱਚੇ ਪੰਜਾਬ 'ਚ ਇੰਨਾ ਆ ਭਈ ਇਸ ਕਿਸਮ ਦੀਆਂ ਜਿਹੜੀਆਂ ਸਾਜ਼ਿਸ਼ਾਂ ਆ ਧਰਮ ਦੇ ਆਧਾਰ ਤੇ ਲੋਕਾਂ ਨੂੰ ਵੰਡਣ ਦੀਆਂ, ਜਾਤ ਦੇ ਆਧਾਰ ਤੇ ਵੰਡਣ ਦੀਆਂ, ਮੇਰਾ ਖਿਆਲ ਆ ਵੀ ਪੰਜਾਬੀ ਲੋਕ ਜਿਹੜੇ ਆ ਉਹ ਇੰਨੇ ਸਮਝਦਾਰ ਆ, ਔਰ ਕਿਸਾਨੀ ਸੰਘਰਸ਼ ਨੇ ਖਾਸ ਕਰਕੇ ਇਹ ਜਾਗਰਤੀ ਜਿਹੜੀ ਆ ਉਹ ਲਿਆਂਦੀ ਆ। ਸੋ ਮੈਂ ਮਹਿਸੂਸ ਕਰਦਾ ਕਿ ਬਈ ਇਸ ਕਿਸਮ ਦੀ ਕੋਈ ਖਤਰੇ ਵਾਲੀ ਗੱਲ ਨਹੀਂ ਹੈ, ਕੋਈ ਧਾਰਮਿਕ ਵੰਡ ਜਿਹੜੀ ਆ ਉਹ ਹੋਣ ਦੀ ਪੰਜਾਬ ਦੇ ਵਿੱਚ ਸੰਭਾਵਨਾ ਨਹੀਂ ਹੈ। ਬਹੁਤ ਬਹੁਤ ਤੁਹਾਡਾ ਧੰਨਵਾਦ ਕਾਹਲੋਂ ਸਾਹਿਬ। ਅੱਜ ਦਾ ਸਾਡਾ ਵਿਸ਼ਾ ਇਹੀ ਸੀਗਾ ਕਿ ਦਲਿਤ ਭਾਈਚਾਰੇ ਨੂੰ ਇਸਤੇਮਾਲ ਕਰਨ ਲਈ ਜਿਹੜੇ ਹੱਥ ਕੰਡੇ ਵਰਤੇ ਜਾ ਰਹੇ ਆ, ਉਹ ਆਪਾਂ ਗੱਲਾਂ ਬਾਤਾਂ ਕਰ ਸਕੀਏ। ਪੰਜਾਬ ਦੀਆਂ ਤੇ ਭਾਰਤ ਦੀਆਂ ਬਾਕੀ ਖਬਰਾਂ ਲਈ ਅਸੀਂ ਸੁਸ਼ੀਲ ਦਸਾਂਝ ਨਾਲ ਹੁਣੇ ਜੁੜਨ ਜਾ ਰਹੇ ਹਾਂ, ਤੇ ਉਹਨਾਂ ਕੋਲੋਂ ਬਾਕੀ ਖਬਰਾਂ ਦੇ ਉੱਤੇ ਜਿਹੜਾ ਵਿਸ਼ਲੇਸ਼ਣ ਹੈ, ਚਰਚਾ, ਉਹ ਅਸੀਂ ਕਰਾਂਗੇ। ਤੁਹਾਡਾ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ, ਬਹੁਤ ਮਿਹਰਬਾਨੀ ਗਿੱਲ ਸਾਹਿਬ। ਤੇ ਧੰਨਵਾਦ ਕਰਦੇ ਹਾਂ ਜੀ ਆਪਣੇ ਦਰਸ਼ਕਾਂ ਦਾ ਵੀ ਪ੍ਰੋਗਰਾਮ ਨਾਲ ਜੁੜਨ ਲਈ, ਤੇ ਅਗਲੇ ਪ੍ਰੋਗਰਾਮ ਵਿੱਚ ਜੁੜੇ ਰਹਿਣ ਲਈ ਵੀ ਅਸੀਂ ਦਰਖਾਸਤ ਕਰਦੇ ਹਾਂ। ਸਭ ਦਾ ਬਹੁਤ ਬਹੁਤ ਧੰਨਵਾਦ।